साहिब जीओ। गुरु नानक अंगद गुरु अमरदास पतवंद। रामदास अर्जन गुरु वर श्री हर गोविंद। हरि राय हर कृष्ण गुरु तेग बहादुर चंद। दसवें गोविंद सिंह गुरु नमो चरण अरविंद। श्री गुरु शब्द कमाए जिन जीते पंच विकार। तिन संतन को बंदना सिर चरणन पर तार। एक ओंकारा सतगुरु तिह प्रसाद सच होय। वाहिगुरु जी की फतेह विघ्न विनाशन सोय। वाहिगुरु जी की फतेह विघ्न विनाशन सोय। वाहिगुरु साहिब जीओ दोहरा। उतरियो डेरा जह कहा श्री सतगुर चहुँ ओर। करत हिरेखा है लगे बड़े किलक बंद डोर। उतरियो डेरा जह कहा। वाहिगुरु जी का खालसा वाहिगुरु जी की फतेह। परम सत्कार योग गुरु खालसा साध संगत जी। गुरु महाराज की किरपा नाल आपां संगत रूप में जुड़ के कीर्तन तो उपरंत गुरु हरगोबिंद साहिब जी का चल रहा इतिहास विच लड़ीवार रूप में प्रसंग सुन रहे हाँ। अमृत वेले का दीवान सज रहा है। तुरकी बाणी सच की बाणी आई। श्री गुरु ग्रंथ साहिब जी की प्रकाश सेवा उपरंत कुछ समा सच की बाणी का जाप सच की बाणी का कीर्तन होया है। जिस तरह गुरु हरगोबिंद साहिब महाराज जी कांगड़ तो चलते चलाते हुए जिथे अजकल लाई के नगर तो बाहर बाहर गुरुद्वारा कल्याणसर साहिब सुभाएमान है इत्थे आए सन। आपां कल दे इतिहास विच प्रसंग अद्धा क पढ़ लिया है, बाकी अद्धा अज पढ़ना है। जिस वेले आप जी इत्थे आए सन घोड़े तो हेठा उतर के आप जी खड़ोते ही सन। इत्थे उस समय भारी झिड़ी सी, तो हुण भी काफी इत्थे दरख्त बहुत सरकड़ा इधर उधर खड़ोता होया सी। थोड़ा जा समा होया है जिहड़ी बजर करीम पई धरती आबाद हुई है, नहीं तो बन ते करीर ते सरकड़ा
ਜ਼ਿਆਦਾ ਹੀ ਇੱਥੇ ਇਹ ਜਿਹੇ ਦਰਖਤ ਸਨ। ਇਸ ਤਰ੍ਹਾਂ ਉਸ ਵੇਲੇ ਤਾਂ ਫਿਰ ਸੰਘਣਾ ਹੀ ਚਿੜਾ ਸੀ, ਸੰਘਣਾ ਹੀ ਬਣ ਸੀ। ਉਸ ਵੇਲੇ ਇਸ ਚਿੜ ਦੇ ਵਿੱਚੋਂ ਬੜਾ ਭਾਰੀ ਜਿਹੜਾ ਸਰਪ ਹੈ, ਜੋ ਬਹੁਤ ਹੀ ਲੰਬਾਈ ਵਿੱਚ ਸੀ ਤੇ ਬਹੁਤ ਹੀ ਦੁਖੀ ਸੀ, ਗੁਰੂ ਹਰਗੋਬਿੰਦ ਸਾਹਿਬ ਵੱਲ ਨੂੰ ਆਇਆ। ਜੋਧਰਾਏ ਵਿਧੀ ਚੰਦ ਆਦਿ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਭਾਰੀ ਸਰਪ ਆ ਰਿਹਾ ਹੈ, ਜਾਂ ਤਾਂ ਇਹਨੂੰ ਹਟਾ ਦਈਏ ਨਹੀਂ ਮਾਰ ਦਈਏ। ਗੁਰੂ ਮਹਾਰਾਜ ਨੇ ਕਿਹਾ ਨਹੀਂ, ਬਹੁਤ ਦੁਖੀ ਜੀਵ ਹੈ, ਆਉਣ ਦਿਓ, ਨਾ ਇਹਨੂੰ ਹਟਾਉਣਾ ਹੈ ਨਾ ਇਹਨੂੰ ਮਾਰਨਾ ਹੈ। ਬਹੁਤ ਹੀ ਹੌਲੀ ਹੌਲੀ ਇਹ ਚਾਲ ਨਾਲ ਆ ਰਿਹਾ ਹੈ, ਇਹ ਵਿੰਗਾ ਟੇਢਾ ਜਿਹਾ ਚੱਲ ਰਿਹਾ ਹੈ। ਇਸ ਵੇਲੇ ਗੁਰੂ ਮਹਾਰਾਜ ਦੇ ਬਿਲਕੁਲ ਨੇੜੇ ਆ ਪਹੁੰਚਿਆ ਹੈ। ਆਪ ਜੀ ਨੇ ਜੋੜੇ ਵਿੱਚੋਂ ਜਿਹੜਾ ਸੱਜਾ ਚਰਨ ਹੈ ਬਾਹਰ ਕੱਢਿਆ ਹੈ ਤੇ ਚਰਨ ਦਾ ਜਿਹੜਾ ਅੰਗੂਠਾ ਹੈ ਇਹਦੇ ਸ਼ੀਸ਼ ਦੇ ਉੱਪਰ ਸੁਹਾ ਦਿੱਤਾ ਹੈ। ਉਸੇ ਵੇਲੇ ਦੇ ਪਿਛਲੇ ਕੀਤੇ ਹੋਏ ਪਾਪ ਬਖਸ਼ੇ ਗਏ ਹੈ ਤੇ ਇਹਦੀ ਕਲਿਆਣ ਹੋ ਗਈ ਹੈ ਤੇ ਸਰੀਰ ਦੇ 2 ਫਾੜ ਹੋ ਗਏ, ਵਿੱਚੋਂ ਨਿੱਕੇ ਨਿੱਕੇ ਬਹੁਤ ਕਿਰਮ ਨਿਕਲੇ ਤੇ ਕੁਰਬਲ ਕੁਰਬਲ ਕਰ ਰਹੇ ਹਨ। ਗੁਰਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਕਿਹਦੀ ਕਲਿਆਣ ਕੀਤੀ ਹੈ, ਪਿਛਲੇ ਜਨਮ ਵਿੱਚ ਕੀ ਸੀ, ਕਿਹੜੇ ਪਾਪ ਕਰਕੇ ਇਸ ਸਰੀਰ ਵਿੱਚ ਪਿਆ ਦੁਖੀ ਹੋ ਰਿਹਾ ਸੀ। ਅੰਤਰਜਾਮੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਰੇ ਪਿਛਲੇ ਜਨਮ ਦਾ ਇਹਦਾ ਪ੍ਰਸੰਗ ਦੱਸਿਆ ਵੀ 4 ਅੱਖਰ ਵਿਦਿਆ ਦੇ ਪੜ੍ਹ ਕੇ ਵਿਦਵਾਨ ਬਣ ਕੇ ਬਹੁਤ ਵੱਡਾ ਇਹ ਪੂਜਨੀਕ ਬਣਿਆ ਬੈਠਾ ਸੀ, ਗੁਰੂ ਬਣਿਆ ਬੈਠਾ ਸੀ। ਲੋਕਾਂ ਨੂੰ ਕਹਿੰਦਾ ਸੀ ਤੁਹਾਨੂੰ ਭਗਤੀ ਕਰਨ ਦੀ ਕੋਈ ਲੋੜ ਨਹੀਂ, ਨਾਮ ਜਪਣ ਦੀ ਲੋੜ ਨਹੀਂ, ਬਸ ਮੇਰੀ ਸੇਵਾ ਟਹਿਲ ਕਰੋ, ਮੈਨੂੰ ਮੰਨੋ, ਪੂਜੋ, ਮੈਂ ਤੁਹਾਡੀ ਕਲਿਆਣ ਕਰਾਂਗਾ। ਹਾਂ ਬਈ, ਹਾਂ ਮੈਂ ਹੰਕਾਰ ਵਿੱਚ ਆ ਕੇ ਨਾ ਤਾਂ ਆਪ ਨਾਮ ਜਪਿਆ, ਨਾ ਆਪਣੇ ਸਿੱਖ ਸੇਵਕਾਂ ਤੋਂ ਜਪਾਇਆ, ਜਿਨ੍ਹਾਂ ਦੇ ਘਰਾਂ ਵਿੱਚੋਂ ਫਿਰ ਖੁੱਲੇ ਗੱਫੇ ਛਕਦਾ ਛਕਾਉਂਦਾ ਰਿਹਾ ਸੀ, ਉਹਨਾਂ ਦਾ ਹਿਸਾਬ ਕਿਤਾਬ ਤਾਂ ਫਿਰ ਲੈਣਾ ਹੀ ਸੀ ਨਾ। ਉਹ ਆਪ ਤਾਂ ਹੰਕਾਰ ਕਰਕੇ ਆਪੂ ਹੰਕਾਰੇ ਹੰਕਾਰ ਵਿੱਚ ਮਾਰਦਾ ਸੀ, ਸੱਪ ਬਣਿਆ। ਉਹ ਲੇਖਾ ਲੈਣ ਵਾਸਤੇ ਹਿਸਾਬ ਪੂਰਾ ਕਰਨ ਵਾਲੇ ਇਹਦੇ ਜਿਹੜੇ ਸਿੱਖ ਸੇਵਕ ਸੀ ਉਹ ਮਰ ਕੇ ਫਿਰ ਕਿਰਮ ਬਣ ਕੇ ਇਹਦੇ ਪੇਟ ਪਿੱਛੇ ਆ ਗਏ, ਇਹਦਾ ਹੀ ਮਾਸ ਵੱਢ ਵੱਢ ਕੇ ਖਾ ਰਹੇ ਸੀ। ਇਹ ਵੀ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਜਿਹੜਾ ਦੁਖੀ ਇਹ ਸ਼ਰਨ ਸ਼ਰਨ ਵਿੱਚ ਆ ਜਾਂਦਾ ਹੈ, ਗੁਰੂ ਉਹਦਾ ਭਲਾ ਕਰ ਦਿੰਦੇ ਨੇ। ਇਸ ਕਰਕੇ ਇਹ ਮਹਾਰਾਜ ਨੇ ਗੁਰੂ ਦੀ ਕਲਿਆਣ ਕਰ ਦਿੱਤੀ ਹੈ। ਇਹ ਗੁਰਸਿੱਖੋ, ਪਰਮੇਸ਼ਰ ਦੀ ਭਾਵ ਭਗਤੀ ਤੋਂ ਬਗੈਰ ਜਿਹੜੇ ਐਵੇਂ 4 ਅੱਖਰ ਬਣ ਕੇ ਦੁਨੀਆ ਵਿੱਚ ਗੁਰੂ ਬਣ ਬਹਿੰਦੇ ਨੇ, ਉਹਨਾਂ ਦਾ ਹਾਲ ਫਿਰ ਇਹੋ ਜਿਹਾ ਹੀ ਹੁੰਦਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸ਼ਲੋਕ ਵਿੱਚ ਕਿਹਾ, ਕੁਲਹਾਂ ਦੇ ਬਾਬਲੇ ਲੈਂਦੇ ਵੱਡੇ ਨਲੱਜ। ਜਿਹੜੇ ਆਪਣੇ ਸਿੱਖ ਸੇਵਕਾਂ ਨੂੰ ਫਕੀਰੀਆਂ ਦੀਆਂ ਟੋਪੀਆਂ ਦਿੰਦੇ ਨੇ, ਇੱਕ ਤਾਂ ਹੁੰਦੀ ਨੇ ਬਾਂਦਰ ਟੋਪੀ ਜੀ, ਇੱਕ ਹੁੰਦੀ ਹੈ 7 ਟਾਕੀਆਂ ਦੀ ਬਣੀ ਹੋਈ, ਉਹ ਬਹੁਤ ਉੱਚੀ ਜੀ ਹੁੰਦੀ ਹੈ, ਜਿਵੇਂ ਭਾਈ ਬਾਲਾ ਜੀ ਦੇ ਅਸੀਂ ਸੀਸ ਤੇ ਦੇਖਾਂਗੇ ਉਹ ਕੁਲਹਾ ਹੈ। ਇੱਕ ਆ ਜਿਵੇਂ ਅੱਜ ਕੱਲ੍ਹ ਦੇ ਆ ਨੌਜਵਾਨ ਸ਼ਕੀਨੀ ਵਾਸਤੇ ਲਈ ਫਿਰਦੇ ਹੈ, ਇਹ ਹੈ ਬਾਂਦਰ ਟੋਪੀ। ਇਹਨੂੰ ਸਮਝ ਲਓ ਪਹਿਨ ਕੇ ਬਾਂਦਰ ਹੀ ਬਣ ਜਾਂਦੇ। ਇਸ ਤਰ੍ਹਾਂ ਭਾਵੇਂ ਆਪਣੇ ਆਪ ਨੂੰ ਬਹੁਤ ਵੀ ਅਸੀਂ ਹੁਣ ਸੋਹਣੇ ਲੱਗ ਰਹੇ ਹਾਂ, ਪਰ ਜਿਹੜੇ ਕੋਈ ਸਿਆਣੇ ਹੈ ਸੂਝਵਾਨ, ਉਹ ਕਹਿੰਦੇ ਵੀ ਹੁਣ ਇਹ ਬਾਂਦਰ ਬਣ ਗਿਆ, ਮਨੁੱਖ ਨਹੀਂ ਰਿਹਾ ਹੈ। ਜੇ ਇਹਨਾਂ ਨੂੰ ਕਹਿ ਦਈਏ ਨੂੰ ਅੱਜ ਮੈਨੂੰ ਗੋਸਿਆ ਬਹੁਤ ਆਉਂਦੇ, ਬਹੁਤ ਔਖੇ ਹੁੰਦੇ, ਸਾਨੂੰ ਬਾਂਦਰ ਕਿਉਂ ਕਹਿੰਦੇ। ਇਸ ਤਰ੍ਹਾਂ ਉਹ ਕੁਲਹਾ ਜਿਹੜੀ ਕੋਈ ਹੈ ਨਾ, ਇਹ ਫਕੀਰੀ ਵਾਲਾ ਇੱਕ ਭੇਸ ਹੈ, ਇੱਕ ਚਿੰਨ੍ਹ ਹੈ।
जिन्हां ने सब कुछ का त्याग कर दिता है, वो फिर फकीर अपने शीश ते ये 7-8 पहलुआं वाली या 4 पहलुआं वाली जिहड़ी ये उच्ची सारी कुल्हा अपने शीश ते रखदे ते शरीर ते भी वो अलफी जी पाउंदे ने और जिहड़ियां बाहां बूहां जिहां नहीं हुंदियां हैं उंजी वो 2 हिस्से च लैके इस तरह सीन पाई हुंदी है, जिन्हों खफनी भी कह दिंदे ने। वो खफन पाया हुंदा ना मुर्दे से, वो अं हुंदा अनसीता जा बड़ा जिवें करिया हुंदा काला माड़ा जा, बाहां बूहां नहीं उहनूं लगियां हुंदियां, बस ऐ ही हुंदा है। इहो जी जिहड़ी खफनी पाउंदे ने भी ये हुण इहने खफन पा लिया समझी संसार वालों तो मर गया है, रीस ते उहदे कोल ही हुंदी भी ये फकीर हो गया, संसार तो फारग हो गया है। इस तरह अपने सिख सेवकां नूं ये फिर सिरों पौ वजों भी मेरी निशानी रहे, चिन्ह रहे, फिर ओहे जी ये कुल्हा दिंदा हुंदा सी भी शीश ते सजा ला। महाराज कहते भी जिहड़े अपने आप नूं ना बहुत वड्डे गुरु बनने वास्ते अपने बहुते चेले चारडे बनाउण वास्ते उन्हां नूं कहंदे चिन्ह दिंदे आ कुल्हां दा, जिहड़े इहो जिहे चिन्ह दिंदे ना कुल्हां दे वो भी कहंदे बहुत कमले है बड़े है, ते जिहड़े इहो जिहे कहंदे टोपियां लैण वाले कुल्हा लैण वाले वो भी पक्के बशर्म है। गुरु नानक साहब भी कहते हैं चूहा खड्ड ना मावे, जिवें कहते चूहा तो पहला ही वो मोटा ताजा होने करके खुड विच नहीं बढ़ सकता, ते जे भी वो जथेदारी दा लक नाल छज बन ले फिर तो उन्हें की प्रवेश हो सकना है। कहते इसे तरह ये चूहे वर्गे लोग है, खा पी के मोटे ताजे हुए गोगना बनाइए भई नहीं कहते मुक्ति रूपी जिहड़ी आ खड्ड उहदे विच समाउंदे ने, मुक्ति विच वड़दे नहीं है। ते अपने बुद्धि रूपी जिहड़ी कंड है, बुद्धि रूपी लक है, उहदे नाल सिੱਖੀ सेवकी रूप जिहड़ा है ना छज बन लैंदे ने। आ जां मान वडियाई कराउण रूपी छज बन लैंदे भी असीं जथेदार हां जी, असीं बहुत वड्डे महान है गुरु हैं जी। तो इस करके इहो जिही जिहड़ी हालत है ना भी जिवें गुरु नानक साहिब जी ने कहा ना भी वो कमले ने, ते इहो जिहे सिੱਖੀ सेवकी ਵਧਾਉਣ वाले भी जिहड़े चेले बनने वाले वो भी पक्के बशर्म ने, भी उन्हां विचों इह सी गुरु बनया होया सी। आप तां मुक्त हो नहीं सकिया ते दूजां दा भार चुकदा सी, कोई नाम जपण दी लोड़ नहीं। जिवें दिल्ली विच भी एक पंथ पैदा होया सी, वो कहंदा निरंकार सारे पासे, कोई मर्जी खाओ पियो जो मर्जी करो सब निरंकार है। कोई इत्थे मर्यादा मर्यादा रखण दी धर्म मान दी लोक नहीं, हर पासे निरंकार है। इत्थे एक मोगे भी ये आया सी निरंकार, वो कहंदा जो मन चाहुंदा ना वो फरना पूरा कर लेना, भावें चंगा होवे भावें माड़ा होवे। एक निहंग सिंह ने फिर चंगी तरह सुनाया सी, फिर भज गया सी। वो गल ही इहो जी उल्टी पुल्टी कि संगत विच दस्सण योग नहीं है। उंज किसी ने पुछना होवे आसे पासे मत दस भी आ गया सी, वो फिर नहीं खड़िया उसे। ओहे जानो फिर ओहे जे भी टक्कर जांदे ने। वो महाराज ने कहा भी हुण गुरु नानक साहब दी घर दी शरण आ गया सी, कल्याण हो गई है। इउं कह के गुरु हरगोबिंद साहिब जी ने फिर इत्थे ही आसन जमा दिते सी, इत्थे उतर पए सी, इत्थे लंगर पानी छकिया। इस तरह एक रात इत्थे विराजे, जिवें बाकी इत्थे कोई ऐसा करिश्मा होया होर कोई होया
ਉਹ ਪ੍ਰਸੰਗ ਅੱਜ ਆ ਰਿਹਾ ਜਿਵੇਂ ਆਉਂਦਾ ਸੀ ਸੁਣੀਏ ਜੀ। ਉਤਰਿਓ ਡੇਰਾ ਜਹ ਕਹਾ। ਹਾਂ, ਉਸ ਦੀ ਕਲਿਆਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਡੇਰਾ ਹੈ, ਉਹ ਜਿੱਥੇ ਕਿਥੇ ਕਿਸੇ ਨੂੰ ਜਗ੍ਹਾ ਮਿਲੀ ਕਿ ਸੰਘਣਾ ਝਿੜਾ ਸੀ, ਇਸ ਕਰਕੇ ਇੱਧਰ ਉੱਧਰ ਹਰ ਥਾਂ ਫੈਲ ਕੇ ਜਿਹੜਾ ਉਹ ਜਿੰਨਾ ਸਿੱਖ ਸੇਵਕ ਹਨ ਉਹਨਾਂ ਦਾ ਡੇਰਾ ਉੱਤਰ ਪਿਆ ਹੈ, ਯਾਨੀ ਸਿੱਖ ਸੂਰਬ ਉੱਤਰ ਪਏ ਹਨ। ਸ੍ਰੀ ਸਤਿਗੁਰ ਚਹੁ ਔਰ। ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਗਏ ਹਨ ਪੜ੍ਹਨਗੇ ਉਹਦੇ ਚਾਰ ਛਪੇਰੇ ਹੀ, ਜਿੱਥੇ ਕਿਸੇ ਨੂੰ ਜਗ੍ਹਾ ਮਿਲੀ ਹੈ ਹਰ ਪਾਸੇ ਹੀ ਆਪੋ ਆਪਣੇ ਸਭ ਨੇ ਤੰਬੂ ਲਾ ਲਏ ਹੈ, ਸਭ ਨੇ ਟਿਕਾਣੇ ਕਰ ਲਏ ਹਨ। ਕਰਤ ਹਿਰੇਖਾ ਹੋਏ ਲੱਗੇ। ਇੱਕ ਪਾਸੇ ਘੋੜੇ ਲਗਾ ਦਿੱਤੇ ਲਾਈਨ ਵਿੱਚ, ਜਿਸ ਕਰਕੇ ਉਹ ਹਣਕਣ ਦੀ ਆਵਾਜ਼ ਕਰ ਰਹੇ ਹਨ। ਵੱਡੇ ਕਿਲਕ ਬੰਦ ਡੋਰ। ਹਾਂ, ਕਿਉਂਕਿ ਝਿੜਾ ਤਾਂ ਹੈ ਹੀ ਸੀ, ਲੱਕੜ ਬਹੁਤ ਸੀ, ਵੱਡੇ ਵੱਡੇ ਕਿੱਲੇ ਜੇ ਕਹਿੰਦੇ ਵੱਢ ਲਏ ਹੈ ਤੇ ਉਹਨਾਂ ਨੂੰ ਗੱਡ ਦਿੱਤਾ ਹੈ। ਇਸ ਤਰ੍ਹਾਂ ਉਹਨਾਂ ਨੇ ਵੱਡੇ ਵੱਡੇ ਕਿੱਲਿਆਂ ਦੇ ਨਾਲ ਅੱਗੇ ਘੋੜੇ ਬੰਨ ਦਿੱਤੇ ਹਨ। ਨਿਸ਼ਾਨੀ ਛੰਦ ਕਰੇ ਫਰਸ਼ ਸ੍ਰੀ ਗੁਰ ਥੇਰੇ। ਫਿਰ ਉੱਥੇ ਵਿਛਾਈਆਂ ਕਰ ਦਿੱਤੀਆਂ ਹਨ। ਉਹ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਤੇ ਬੈਠ ਗਏ ਹਨ। ਬੈਠੇ ਬਹੁ ਪਾਸਾ। ਹੋਰ ਗੁਰੂ ਕੇ ਸਿੱਖ ਸੀਰ ਵੀਰ ਵੀ ਚਾਰ ਛਪੇਰੇ ਬੈਠ ਗਏ ਹਨ। ਅਨੇਕ ਪ੍ਰਕਾਰਨ ਬਾਰਤਾ। ਵਿਛਾਈ ਉੱਪਰ ਬੈਠ ਕੇ ਅਨੇਕਾਂ ਤਰ੍ਹਾਂ ਦੇ ਬਚਨ ਬਿਲਾਸ, ਅਨੇਕਾਂ ਤਰ੍ਹਾਂ ਦੀਆਂ ਗੱਲਾਂ ਭਾਉ ਭਗਤੀ ਦੀਆਂ ਕੀਤੀਆਂ ਹਨ। ਯੁਤ ਹਾਸ ਬਿਲਾਸ। ਹੋਰ ਹਾਸ ਬਿਲਾਸ ਦੇ ਵੀ ਬਚਨ ਕੀਤੇ ਆ ਵੀ ਵੇਖ ਲੋ, ਆ ਬਣਿਆ ਬੈਠਾ ਸੀ ਵੱਡਾ ਗੁਰੂ, ਆ ਹਾਲ ਹੋਇਆ। ਤੁਹਾਡੇ ਵਿੱਚੋਂ ਸਿੱਖੋ ਜਿਹਨੇ ਗੁਰੂ ਬਣਨਾ ਇਹੋ ਜਿਹਾ ਹੋਊਗਾ ਤੁਹਾਡੇ ਨਾਲ ਹਾਲ। ਇਸ ਕਰਕੇ ਸਿੱਖੀ ਰਿਓ ਕਿਤੇ ਗੁਰੂ ਨੂੰ ਬਣ ਬੈਠੇ ਹੋ। ਇਸ ਤਰ੍ਹਾਂ ਹਾਸ ਉਦਾਸ ਦੇ ਜਿਹੜੇ ਬਚਨ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਸੂਰਵੀਰਾਂ ਨਾਲ ਕੀਤੇ ਹਨ। ਸੂਪਕਾਰ ਤਿਸ ਕਾਲ ਮਹਿ। ਉਸੇ ਵੇਲੇ ਜਿਹੜਾ ਰਸੋਈਆ ਗੁਰ ਸਿੱਖ ਹੈ, ਹਿਤ ਕਾਰਨ ਰਸੋਈ। ਇਹ ਸ਼ਾਮ ਦਾ ਸਮਾਂ ਹੋ ਗਿਆ ਜਿਹੜਾ ਗੁਰੂ ਕਾ ਲੰਗਰ ਤਿਆਰ ਕਰਨ ਵਾਸਤੇ ਲੱਗੇ ਸੁਧਾਰਨ ਥਾਨ ਕੋ। ਹਾਂ, ਕੋਈ ਜਿਹੜੇ ਗੁਰ ਸਿੱਖ ਜਿੱਥੇ ਲੰਗਰ ਬਣਾਉਣਾ ਉਹ ਥਾਂ ਨੂੰ ਸਵਾਰਨ ਲੱਗ ਪਏ ਹਨ, ਕਿਉਂਕਿ ਇੱਥੇ ਜਿਹੜਾ ਕੰਡੇ ਬਹੁਤ ਪਤਰੇ ਉਹਨੂੰ ਸਵਾਰਨ ਲੱਗ ਗਏ ਹਨ, ਠੀਕ ਕਰਨ ਲੱਗ ਪਏ ਹਨ। ਖਨ ਆਵਨੀ ਜੋਈ। ਹੋਰ ਜਿਹੜੀਆਂ ਕੋਈ ਚੁਰਾ ਹੈ ਚੁੱਲ੍ਹੇ ਬਣਾਉਣ ਵਾਸਤੇ ਇਸ ਤਰ੍ਹਾਂ ਧਰਤੀ ਨੂੰ ਪੁੱਟਣ ਲੱਗ ਪਏ ਹਨ। ਕੁਛ ਕੁ ਖਨੀ ਜਬ ਅਸਥ ਗਨ। ਕੁਝ ਕੁ ਧਰਤੀ ਚੁਰਜੀ ਬਣਾਉਣ ਵਾਸਤੇ ਪੁੱਟੀ ਆ ਬੜੇ ਹੱਡ ਤੇ ਹੱਡੀਆਂ ਜੀਆਂ। ਨਿਕਸੇ ਨਾਰ ਕੇਰੇ। ਆ ਜਿਹੜੇ ਮਨੁੱਖ ਦੇ ਕਹਿੰਦੇ ਹੱਡ ਹੱਡੀਆਂ ਹਨ ਉਹ ਨਿਕਲੇ ਹਨ। ਸ੍ਰੀ ਸਤਿਗੁਰ ਕੇ ਟਿਗ ਕਹਿਓ। ਆ ਲਾਂਗਰੀ ਗੁਰਸਿੱਖ ਨੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਕਿਹਾ। ਉਦਿਆਨ ਕਨੇਰੇ। ਹੈ ਤਾਂ ਹਰ ਪਾਸੇ ਬੜਾ ਹੀ ਜੰਗਲ ਜੰਗਲ ਬੀਬਾਨ ਹੈ। ਨਿਕਸਤ ਮਾਨੁਖ ਕੇ ਅਸਥ। ਆਏ ਮਹਾਰਾਜ, ਜਿੱਥੇ ਧਰਤੀ ਪੁੱਟਦੇ ਉੱਥੇ ਮਨੁੱਖ ਦੀਆਂ ਹੱਡੀਆਂ ਹੀ ਹੱਡ ਨਿਕਲਦੇ ਆ। ਇੱਕ ਥਲ ਸਮੁਦਾਇ। ਆ ਇੱਕ ਥਾਂ ਤਾਂ ਮਹਾਰਾਜ ਜਿਵੇਂ ਕੋਈ ਬਹੁਤ ਹੱਡੀ ਹੁੰਦੇ ਹੁੰਦੇ ਬੜਾ ਤਕੜਾ ਟੋਆ ਜਾਏ ਉਹਦੇ ਵਿੱਚੋਂ ਐਸਾ ਕੁਛ ਹੀ ਨਿਕਲੀ ਤੁਰੀ ਜਾਂਦਾ ਹੈ। ਕਿਸ ਕਾਰਨ ਇਕੱਠੇ ਗੱਡੇ। ਮਹਾਰਾਜ, ਕਿਹੜਾ ਕਾਰਨ ਸੀ ਜਿਸ ਕਰਕੇ ਮਨੁੱਖਾਂ ਦੇ ਜਿਹੜੇ ਹੱਡ ਤੇ ਹੱਡੀਆਂ ਕਿੱਥੇ ਇਕੱਠੇ ਇੱਥੇ ਗੱਡੇ ਗਏ। ਆਮ ਤਾਂ ਲੋਕ ਜਿਹੜੇ ਫੁੱਲ ਜੇ ਹੈ ਵੀ ਉਹ ਸੰਸਕਾਰ ਕਰਕੇ ਕਿਸੇ ਹੋਰ ਥਾਂ ਲੈ ਜਾਂਦੇ, ਨਦੀਆਂ ਵਿੱਚ ਪਾ ਦਿੰਦੇ, ਨਹਿਰਾਂ ਵਿੱਚ ਸੁੱਟ ਦਿੰਦੇ, ਕੋਈ ਗੰਗਾ ਕੋਈ ਹੋਰ ਥਾਂ ਲੈ ਜਾਂਦਾ ਹੈ। ਵੀ ਕਿ ਥਾਈ ਮਨੁੱਖਾਂ ਦੇ ਹੱਡ ਹੱਡੀਆਂ ਗੱਡੇ ਪਏ ਹਨ। ਨਹਿ ਜਾਣੀ ਜਾਏ। ਪਰ ਇਹ ਗੱਲ ਸਮਝੀ ਨਹੀਂ ਜਾਂਦੀ ਵੀ ਇੰਨੇ ਹੱਡ ਕਿਉਂ ਇੱਥੇ ਗੱਡੇ ਪਏ ਇਕੱਠੇ ਕਰਕੇ। ਸਵਈਆ ਛੰਦ ਉਠ ਗਮਨੇ ਹਿਤ ਹੇਰਨ ਸਤਿਗੁਰ। ਉਹ ਸਵੇਰੇ ਲਾਂਗਰੀ ਗੁਰਸਿੱਖ ਤੋਂ ਸੁਣ ਕੇ ਜਿੱਥੇ ਉਹ ਟੋਆ ਜਾ ਹੈ ਸੀ ਹੱਡੀਆਂ ਜੀਆਂ ਪਈਆਂ ਉਹਨੂੰ ਵੇਖਣ ਵਾਸਤੇ ਸਤਿਗੁਰੂ ਉੱਠ ਕੇ ਗਏ ਹਨ।
ਵਿਧੀ ਚੰਦ ਆਦਿਕ ਸਮੁਦਾਇ ਭਾਈ ਵਿਧੀ ਚੰਦ ਜੋਧ ਆਦਿਕ ਤੋਂ ਲੈ ਕੇ ਸੂ ਗੁਰ ਸਿੱਖ ਸੂਰਬੀਰ ਵੀ ਜੋਧ ਰਾਏ ਸੰਗ ਸਾਗਰੇ ਬਿਸਮਤ ਹਾਂ ਭਾਈ ਜੋਧ ਰਾਏ ਤੋਂ ਲੈ ਕੇ ਸਾਰੇ ਜਿਹੜੇ ਗੁਰਸਿੱਖ ਸਿਰੂ ਬੜੇ ਚਰਜੇ ਹੋ ਰਹੇ ਹੱਕੇ ਪੱਕੇ ਹੈਰਾਨ ਜੇ ਹੋ ਰਹੇ ਜਾਏ ਪਿਖਿਓ ਠਾਡੇ ਤਿਸ ਥਾਏ ਹਾਂ ਜਿੱਥੇ ਉਹ ਟੋਏ ਵਿੱਚ ਹੱਡੀ ਹੱਡ ਪਏ ਉਹ ਜਾ ਕੇ ਕਹਿੰਦੇ ਵਿਖਿਆ ਸਾਂਝਾ ਉਹਦੇ ਇਰਦ ਗਿਰਦ ਖੜਿਆ ਹੋ ਗਏ ਖਿਨ ਵਾਵਤ ਨਿਕਸੇ ਨਰ ਅਸਥੀ ਹਾਂ ਜਦੋਂ ਉਹ ਟੋਏ ਨੂੰ ਪਟਾਰੇ ਡੂੰਘਾ ਕਰਾਏ ਉਹਦੇ ਵਿੱਚੋਂ ਮਨੁੱਖ ਦੀਆਂ ਹੱਡੀਆਂ ਤੇ ਹੱਡ ਨਿਕਲੇ ਤੁਰੇ ਜਾਂਦੇ ਭਏ ਬ੍ਰਿੰਦ ਤਹਿ ਢੇਰ ਲਗਾਏ ਬਹੁਤੇ ਹੱਡ ਹੱਡੀਆਂ ਹੋ ਗਈਆਂ ਕਹਿੰਦੇ ਉੱਥੇ ਢੇਰ ਲਗਾ ਦਿੱਤਾ ਹੈ ਸਭ ਕੇ ਤਰੇ ਕਰੰਗ ਇੱਕ ਸਾਰੋ ਫੇਰ ਕੀ ਵੇਖਿਆ ਸਾਰਿਆਂ ਦੇ ਹੇਠਾਂ ਇਹ ਕਹਿੰਦੇ ਮਨੁੱਖ ਦਾ ਐਨ ਬਿਲਕੁਲ ਸਬੂਤਾ ਪਿੰਜਰ ਹੈ ਅਸਥ ਨ ਭਗਨ ਤਾਹਿ ਦਰਸਾਏ ਕਹਿੰਦੇ ਉਹ ਮਨੁੱਖੀ ਪਿੰਜਰ ਦਾ ਕੋਈ ਹੱਡ ਹੁੱਡ ਕਹਿੰਦੇ ਬਿਲਕੁਲ ਟੁੱਟਿਆ ਫਿੱਟਿਆ ਨਹੀਂ ਦਿਸ ਰਿਹਾ ਉਹ ਬਿਲਕੁਲ ਸਬੂਤਾ ਹੈ ਸਭ ਹਿਨ ਬੂਝੇ ਸਤਿਗੁਰ ਬੋਲੇ ਹਾਂ ਸਾਰਿਆਂ ਗੁਰਸਿੱਖਾਂ ਨੇ ਪੁੱਛਿਆ ਕਿ ਮਾਰਾ ਆ ਕੀ ਗੱਲ ਹੈ ਬਾਕੀ ਹੱਡ ਹੁੱਡ ਬਖਰੇ ਖਿਲਰੇ ਖਰੇ ਆ ਮਨੁੱਖ ਦਾ ਸਬੂਤਾ ਪਿੰਜਰ ਇਹਦੀ ਕੋਈ ਹੱਡ ਹੱਡੀ ਨਹੀਂ ਟੁੱਟੀ ਇਹ ਕਾਰਨ ਕੀ ਹੈ ਅਤ ਦੁਰ ਭੇਛ ਪਰਿਓ ਇੱਕ ਗੁਰੂ ਕਾਰ ਹਰਗੋਬਿੰਦ ਸਾਹਿਬ ਜੀ ਬੋਲੇ ਕਹਿੰਦੇ ਗੁਰਸਿੱਖੋ ਇੱਕ ਸਮੇਂ ਬਹੁਤਾ ਕਾਲ ਪੈ ਗਿਆ ਸੀ ਇਸ ਧਰਤੀ ਤੇ ਕਿਤਕ ਬਰਖ ਬਰਖਾ ਨਾ ਕਰੀ ਹਾਂ ਕਈ ਸਾਲਾਂ ਤੱਕ ਜਿਹੜੇ ਬੱਦਲ ਉਹਨਾਂ ਨੇ ਬਾਰਿਸ਼ ਨਾ ਕੀਤੀ ਉਹ ਕਾਲ ਪੈ ਗਿਆ ਸੀ ਕਨ ਧਾਰਾ ਭਈ ਤਬ ਕੀ ਕਰੀ ਜਾਂਦੇ ਧਾਰਾ ਭਈ ਤਬ ਸ਼ੋਸ਼ਕ ਵਿਸਾਲ ਕਾਂਤੇ ਵਿਸਰਾਮ ਹੈ ਹਾਂ ਧਰਤੀ ਤਦੋਂ ਕਹਿੰਦੇ ਬਹੁਤ ਹੀ ਕਹਿੰਦੇ ਖੁਸ਼ਕ ਹੋ ਗਈ ਸੁੱਕ ਗਈ ਨਿਕਟ ਦੇਸ਼ ਇਸ ਅੰਨ ਨ ਉਪਜਿਓ ਹਾਂ ਜਿਹੜਾ ਕਹਿੰਦੇ ਇਸ ਦੇਸ਼ ਦਾ ਇਲਾਕਾ ਹੈ ਇਹਦੇ ਨੇੜੇ ਨੇੜੇ ਕਿਤੇ ਵੀ ਅੰਨ ਨਾ ਪੈਦਾ ਹੋ ਸਕਿਆ ਕਾਲ ਨੂੰ ਖੋਕੇ ਕਰਕੇ ਛੁਦਾ ਕਸ਼ਟ ਤੇ ਮਨੁਖ ਬਿਹਾਰ ਇਸ ਕਰਕੇ ਇਸ ਇਲਾਕੇ ਦੇ ਜਿਹੜੇ ਲੋਕ ਹੈ ਭੁੱਖ ਦੇ ਦੁੱਖ ਦੇ ਨਾਲ ਬਹੁਤ ਵਿਆਕੁਲ ਹੋ ਗਏ ਤਾਜ ਤਾਜ ਸਾਧਨ ਫਿਰੇ ਸਭ ਇਤ ਉਤ ਕਈ ਤਾਂ ਆਪੋ ਆਪਣੇ ਘਰਾਂ ਨੂੰ ਛੱਡ ਛੱਡ ਕੇ ਇਧਰ ਉਧਰ ਵੀ ਫਿਰੇ ਤੁਰੇ ਤ੍ਰਿਪਤ ਨ ਹੋਤ ਰਹੇ ਬਹੁ ਪਾਲ ਬੜਾ ਅੰਨ ਭਾਲ ਲਈ ਲੱਭ ਰਹੇ ਆ ਪਰ ਮਿਲਿਆ ਨਹੀਂ ਆ ਬੜੇ ਤ੍ਰਿਪਤ ਨਹੀਂ ਹੋਏ ਭੁੱਖੇ ਧਿਆਏ ਹੋ ਰਹੇ ਜਿਸ ਕੋ ਸਰਬ ਕਰੰਗ ਇਹ ਦੇਖਤ ਮਹਾਰਾਜ ਕਹਿੰਦੇ ਜੈਸਾ ਮਨੁੱਖ ਦਾ ਤੁਸੀਂ ਬਿਲਕੁਲ ਸਾਰਾ ਇਹ ਸਬੂਤ ਪਿੰਜਰ ਦੇਖ ਰਹੇ ਹੋ ਕਰੰਗ ਵੇਖ ਰਹੇ ਹੋ ਤੋ ਸਮੈ ਤਿਸ ਅਜਮਤ ਵਾਰ ਕਹਿੰਦੇ ਜਦੋਂ ਇਹ ਕਾਲ ਪਿਆ ਸੀ ਉਸ ਵੇਲੇ ਜਿਹੜਾ ਮਨੁੱਖ ਹੈ ਬਹੁਤ ਤਕੜੀਆਂ ਕਰਾਮਾਤਾਂ ਬੜੀਆਂ ਸ਼ਕਤੀਆਂ ਵਾਲਾ ਸੀ ਜੇ ਚਿਤ ਚਾਹਤ ਆਪਣੇ ਇਹ ਤਬ ਜਿਹਦਾ ਵੀ ਸਬੂਤਾ ਪਿੰਜਰ ਨਿਕਲਿਆ ਇਹ ਬੜਾ ਕਰਾਮਾਤੀ ਪੁਰਸ਼ ਜੇ ਕਹਿੰਦੇ ਉਸ ਸਮੇਂ ਚਿੱਤ ਵਿੱਚ ਚਾਹੁੰਦਾ ਖਸ਼ਟ ਰਸਨ ਕੇ ਆਸਨ ਮਹਾਨ ਕਹਿੰਦੇ ਇਸ ਤਰ੍ਹਾਂ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਛੇ ਰਸਾਂ ਦੇ ਭੋਜਨ ਹੈ ਉਹ ਦੇ ਸਕਦਾ ਸੀ ਸਾਰੇ ਲੋਕਾਂ ਨੂੰ ਸ਼ਕਤੀ ਨਾਲ ਹੀ ਪੱਕੀ ਰੋਟਕਾ ਸੂਪ ਓਦਨ ਹਾਂ ਇਹ ਕਹਿੰਦੇ ਪੱਕੀਆਂ ਪਕਾਈਆਂ ਰੋਟੀਆਂ ਇਸੇ ਤਰ੍ਹਾਂ ਬਣੀ ਬਣਾਈ ਦਾਲ ਬਣੇ ਬਣਾਏ ਜਿਹੜੇ ਚੌਲ ਹਨ ਅਨਕ ਵਿਦਨ ਕੇ ਗਨ ਪਕਵਾਨ ਹੋਰ ਅਨੇਕਾਂ ਤਰ੍ਹਾਂ ਦੇ ਜਿਵੇਂ ਸਮੂਹ ਪਕਾਨ ਹੁੰਦੇ ਮਠਿਆਈਆਂ ਹੁੰਦੀਆਂ ਇਹ ਦੇ ਸਕਦਾ ਸੀ ਆਪਣੀ ਤਾਕਤ ਨਾਲ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਕਰਤਾਰਪੁਰ ਗੁਰੂ ਅੰਗਦ ਸਾਹਿਬ ਜੀ ਤੋਂ ਕਿਕਰਾਂ ਦੇ ਦਰਖਤ ਦੇ ਹੀ ਹਿਲਾ ਚਲਾ ਕੇ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਚੜਵਾ ਦਿੱਤੀਆਂ ਸੀ ਇਸ ਤਰ੍ਹਾਂ ਇਹ ਮਨੁੱਖ ਐਸਾ ਸ਼ਕਤੀ ਵਾਲਾ ਸੀ ਆਪਣੀ ਤਾਕਤ ਨਾਲ ਮਠਿਆਈਆਂ ਹੋਰ ਸਬਜ਼ੀਆਂ ਦਾਲ ਚੌਲ ਪੱਕੇ ਪਕਾਏ ਰੋਟੀਆਂ ਪ੍ਰਸ਼ਾਦੇ ਦੇ ਸਕਦਾ ਸੀ ਸਭ ਅਵਨੀ ਕੋ ਛਾਦਨ ਕਰ ਇੰਨਾ ਇਹ ਸ਼ਕਤੀ ਵਾਲਾ ਸੀ ਇਹ ਅਨਾਜ ਤਰ੍ਹਾਂ ਤਰ੍ਹਾਂ ਦੇ ਜਿਹੜੇ ਪ੍ਰਸ਼ਾਦੇ ਹੈ ਪਕਵਾਨ ਆ ਉਹਨਾਂ ਨੇ ਨਾਲ ਸਾਰੀ ਧਰਤੀ ਨੂੰ ਢੱਕ ਦਿੰਦਾ ਭਰ ਦਿੰਦਾ ਇਹ ਮਨੁੱਖ ਵਾਂਛਤ ਬਨਤ ਜੇ
ਕਰਤ ਬਖਾਨ। ਜੇ ਮੁਖੋਂ ਇਹ ਕਹਿੰਦੇ ਬਚਨ ਕਹਿ ਦਿੰਦਾ, ਜੋ ਚਾਹੁੰਦਾ ਉਹੀ ਬਣ ਜਾਣਾ ਸੀ। ਪ੍ਰਭ ਕੋ ਭਾਣਾ ਮਾਨ ਸੀਸ ਪਰ ਫਿਰ ਵੀ ਕਹਿੰਦੇ ਪਰਮੇਸ਼ਰ ਦਾ ਜਿਵੇਂ ਪਾਣਾ ਹੈ, ਹੁਕਮ ਹੈ, ਉਹਨੇ ਕਹਿੰਦੇ ਇਸਨੇ ਵੀ ਕਹਿੰਦੇ ਸਿਰ ਮੱਥੇ ਖਿੜੇ ਮੱਥੇ ਮੰਨਿਆ। ਕਰਾ ਮਾਤ ਕਿਉ ਨਾ ਤਬ ਕੀਨ। ਉਹ ਵੀ ਕਹਿੰਦੇ ਇਸਨੇ ਜਿਹੜੀ ਮਹਾਨ ਕਰਾਮਾਤ ਉਸਨੂੰ ਦਿਖਾਉਣਾ ਨਹੀਂ ਕੀਤਾ ਸੀ। ਛੁਦਤ ਦੁਖਿਓ ਅਤ ਅੰਨ ਨ ਪ੍ਰਾਪਤ। ਜਿਵੇਂ ਲੋਕ ਕਹਿੰਦੇ ਭੁੱਖੇ ਤੁਹਾਏ ਦੁਖੀ ਹੋਏ ਰਹੇ ਸੀ, ਅੰਨੀ ਮੜਿਆਈ ਨੂੰ ਨਾ ਮਿਲ ਸਕਿਆ। ਆਪਨੋ ਸਦਨ ਤਿਆਗ ਕਰ ਦੀਨ। ਜਿੰਨੇ ਲੋਕ ਸੀ ਉਹਨਾਂ ਨੇ ਭੁੱਖਾ ਧਿਆਇਆ ਨੇ ਆਪੋ ਆਪਣੇ ਘਰਾਂ ਨੂੰ ਛੱਡ ਦਿੱਤਾ। ਵਸਤ ਟੋਕਰਾ ਸਿਰ ਪਰ ਧਰ ਕਰ। ਜਿੰਨੀਆਂ ਕੋਈ ਵਸਤੂਆਂ ਹਨ ਉਹ ਟੋਕਰੇ ਵਿੱਚ ਪਾ ਲੀਆਂ, ਆਪੋ ਆਪਣੇ ਸਿਰਾਂ ਤੇ ਰੱਖ ਕੇ। ਗਮਨਿਓ ਲੋਕਨ ਸੰਗ ਪ੍ਰਬੀਨ। ਕਹਿੰਦੇ ਜਿਹੜਾ ਸਿਆਣਾ ਪੁਰੇ ਸੀ ਨਾ ਸ਼ਕਤੀ ਵਾਲਾ, ਇਹ ਵੀ ਲੋਕਾਂ ਦੇ ਨਾਲ ਹੀ ਕਹਿੰਦੇ ਉਸੇ ਤਰ੍ਹਾਂ ਹੀ ਤੁਰ ਪਿਆ ਸੀ। ਜਿਤ ਕਿਤ ਫਿਰਤ ਅੰਨ ਬਿਨ ਵਿਆਕੁਲ। ਜਿੰਨੇ ਲੋਕ ਅੰਨ ਤੋਂ ਬਗੈਰ ਵਿਆਕੁਲ ਹੋਏ ਜਿੱਥੇ ਕਿੱਥੇ ਫਿਰ ਰਹੇ ਸਨ। ਦੁਰਬਲ ਅੰਗਨ ਓਜ ਬਹੀਨ। ਜਿੰਨੇ ਸਰੀਰ ਦੇ ਅੰਗ ਕਮਜ਼ੋਰ ਲਿਸੇ ਹੋ ਗਏ, ਇਸ ਤਰ੍ਹਾਂ ਦੁਰਬਲ ਅੰਗ ਤੇ ਓਜ ਬਲ ਤੋਂ ਰਹਿਤ। ਵਿਚਰਤ ਇਤ ਉਤ ਥਕਤ ਪ੍ਰਾਨ ਹੋਏ। ਵਿਚਰਤ ਇਤ ਉਤ ਥਕਤ ਪ੍ਰਾਨ ਹੋਏ। ਇਧਰ ਉਧਰ ਵਿਚਰਦਿਆਂ ਫਿਰਦਿਆਂ ਕਹਿੰਦੇ ਪ੍ਰਾਣ ਜਿਹੜੇ ਉਹ ਥੱਕ ਗਏ, ਯਾਨੀ ਪ੍ਰਾਣ ਨਾਸ ਹੋ ਚੱਲੇ। ਆਨ ਪਰੇ ਸਗਰੇ ਇਸ ਥਾਏ। ਏ ਗੁਰਸਿੱਖੋ, ਜਿੰਨੇ ਲੋਕ ਭੁੱਖੇ ਤਿਹਾਏ ਸੀ ਇਸ ਥਾਂ ਤੇ ਆਪੇ ਆ ਡਿੱਗੇ। ਇੱਕ ਨਿਸ ਦਿਨ ਮਹਿ ਮਿਰਤਕ ਭਏ ਗਨ। ਐਸਾ ਪਰਮੇਸ਼ਰ ਦਾ ਭਾਣਾ ਵਰਤਿਆ, ਕਹਿੰਦੇ ਇੱਕ ਰਾਤ ਇੱਕ ਦਿਨ ਵਿੱਚ ਇੱਥੇ ਆ ਕੇ ਸਾਰੇ ਹੀ ਮਰ ਗਏ। ਜੀਅਤ ਰਹੇ ਜੇ ਤਿਨਹੂ ਉਠਾਏ। ਜਿਹੜੇ ਉਹਨਾਂ ਵਿੱਚੋਂ ਕਹਿੰਦੇ ਜਿਉਂਦੇ ਰਹੇ, ਉਹਨਾਂ ਨੇ ਇਹ ਮਰਿਆ ਨੂੰ ਚੁੱਕ ਚੁੱਕ ਕੇ ਝੇਰੇ ਵੇਖੈ ਪਾਏ ਕਰ ਦਫਨੇ। ਵੱਡਾ ਸਾਰਾ ਇੱਥੇ ਖਾਤਾ ਪੁੱਟ ਲਿਆ, ਟੋਆ ਪੁੱਟ ਲਿਆ, ਉਹਦੇ ਵੀ ਚੁੱਕ ਚੁੱਕ ਕੇ ਇਹਨਾਂ ਨੂੰ ਪਾ ਦਿੱਤਾ ਮਰਿਆਂ ਨੂੰ। ਤਬ ਕੇ ਅਸਥ ਅਹੈ ਸਮੁਦਾਇ। ਇਹ ਗੁਰਸਿੱਖੋ, ਤਦੋਂ ਤੋਂ ਇੱਥੇ ਇੰਨੇ ਬਹੁਤੇ ਹੱਡ ਹਨ ਮਨੁੱਖਾਂ ਦੇ। ਰੰਗ ਸਕਲ ਜਿਸ ਧਨ ਪੁਰਖ ਇਹੋ। ਜਿਹਦਾ ਵੀ ਸਰੀਰ ਦਾ ਕਰੰਗ ਐ ਸਬੂਤਾ, ਇਹ ਵੀ ਪੁਰਸ਼ ਬੜਾ ਧੰਤਾ ਯੋਗ ਹੈ। ਅਜਰ ਜਰਨ ਭਾਖੈ ਇਸ ਪਾਏ। ਇਸ ਤਰ੍ਹਾਂ ਦੇ ਜਿਹੜੇ ਕੋਈ ਲੋਕ ਹੈ, ਉਹਨਾਂ ਨੂੰ ਅਸੀਂ ਕਹਿੰਦੇ ਵੀ ਅਜਰ ਸ਼ਕਤੀਆਂ ਨੂੰ ਇਹ ਜਰਨ ਵਾਲੇ ਐ, ਦਿਖਾਉਂਦੇ ਨਹੀਂ। ਅਜਮਤ ਜਰਿਓ ਪ੍ਰਾਨ ਤਨ ਛੋਰੇ। ਇਹ ਲੋਕ ਕਿੰਨੀ ਮਹਾਨ ਸ਼ਕਤੀ ਸੀ, ਉਹਨੂੰ ਇਹਨੇ ਜਰ ਲਿਆ ਤੇ ਲੋਕਾਂ ਦੇ ਨਾਲ ਹੀ ਇੱਥੇ ਇਹਨੇ ਵੀ ਪ੍ਰਾਣ ਤਿਆਗ ਦਿੱਤੇ। ਪ੍ਰਭ ਆਇਸ ਮਹਿ ਰਹਿ ਸੁਖ ਮਾਨ। ਪਰਮੇਸ਼ਰ ਦੀ ਆਗਿਆ ਵਿੱਚ ਹੀ ਕਹਿੰਦੇ ਸੁਖ ਮੰਨ ਕੇ ਰਿਹਾ, ਕੁਝ ਨਹੀਂ ਦਿਖਾਇਆ। ਉਸੇ ਤਰ੍ਹਾਂ ਲੋਕਾਂ ਨਾਲ ਭੁੱਖਿਆ ਤੇ ਹਾਇਆ ਹੀ ਮਰ ਗਿਆ। ਵੰਦਨੀਏ ਸਭ ਜਗ ਕੇ ਆਸ ਹੋਏ। ਮਹਾਰਾਜ ਕਹਿੰਦੇ ਐਸੇ ਜਿਹੜੇ ਪੁਰਸ਼ ਹੈ ਨਾ, ਮਹਾਨ ਹੋ ਕੇ ਵੀ ਫੇਰ ਨਹੀਂ ਕੋਈ ਸ਼ਕਤੀ ਦਿਖਾਉਂਦੇ ਐ, ਕਹਿੰਦੇ ਉਹ ਤਾਂ ਨਮਸਕਾਰ ਕਰਨ ਯੋਗ ਹੁੰਦੇ ਲੋਕਾਂ ਦੇ। ਧੀਰਜ ਬੀਰਜਵੰਤ ਮਹਾਨ। ਜਿਹੜੇ ਧੀਰਜ ਵਾਲੇ ਤੇ ਬੜੇ ਬਲ ਵਾਲੇ ਮਨੁੱਖ ਹੁੰਦੇ ਇਹ। ਇਮ ਕਹਿ ਸਤਿਗੁਰ ਸਭਾ ਬਿਰਾਜੇ। ਕਿਉਂ ਗੁਰੂ ਮਹਾਰਾਜ ਜੋ ਕਹਿ ਕੇ ਫਿਰ ਸਭਾ ਵਿੱਚ ਆ ਬੈਠੇ ਹਨ। ਵਿਸਮ ਭਏ ਸੁਨ ਗਾਥ ਪੁਰਾਨ। ਕਿਉਂ ਪੁਰਾਣੀ ਜਿਹੜੀ ਕਥਾ ਹੈ, ਪੁਰਾਣੀ ਇੱਥੋਂ ਦੀ ਵਾਰਤਾ ਸੁਣ ਕੇ ਸਿੱਖ ਬੜੇ ਚਰਜੇ ਹੋਏ ਹਨ। ਸੂਪਕਾਰ ਤਬ ਤਿਆਰ ਆਹਾਰ। ਜਿਹੜੇ ਕੋਈ ਰਸੋਈਏ ਹੈ, ਉਹਨਾਂ ਨੇ ਲੱਗ ਕੇ ਤਦੋਂ ਭੋਜਨ ਤਿਆਰ ਕਰ ਲਿਆ ਹੈ। ਕਰਿਓ ਜਾਏ ਕਰ ਆਨ ਸਥਾਨ। ਇੱਥੇ ਜਿੱਥੇ ਹੱਡ ਨਿਰਕੇ ਉਹ ਛੱਡ ਕੇ ਕਿਸੇ ਹੋਰ ਥਾਂ ਤੇ ਜਾ ਕੇ ਸਾਫ਼ ਸੁਥਰੇ ਥਾਂ ਤੇ ਲੰਗਰ ਤਿਆਰ ਕਰ ਲਿਆ ਹੈ। ਲਿਆਏ ਨਿਕਟ ਗੁਰ ਕੋ ਅਚਵਾਏ।
ਦੇਵ। ਗੁਰੂ ਮਹਾਰਾਜ ਦੇ ਪਾਸ ਲਿਆ ਕੇ ਇਸ ਤਰ੍ਹਾਂ ਭੋਜਨ ਛਕਾਇਆ ਹੈ। ਸਾਗਰੇ ਤ੍ਰਿਪਤ ਭਏ ਭਟ ਬ੍ਰਿੰਦ। ਜਿਨ੍ਹੇ ਸਮੂਹ ਸੂਰਬੀਰ ਸੀ ਉਹ ਵੀ ਭੋਜਨ ਛਕ ਕੇ ਤ੍ਰਿਪਤ ਹੋ ਗਏ, ਰੱਜ ਗਏ। ਏਕ ਜਾਮਨੀ ਤਹਾ ਬਿਤਾਈ। ਕਿਉਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਜਿਹੜੀ ਰਾਤ ਹੈ ਇਸ ਜਗ੍ਹਾ ਤੇ ਬਤੀਤ ਕੀਤੀ। ਚੜੇ ਪ੍ਰਾਤ ਸ੍ਰੀ ਹਰਿ ਗੋਬਿੰਦ। ਜਦੋਂ ਸਵੇਰ ਹੋਈ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੋਂ ਚੜ ਪਏ। ਉਤਰ ਭਰੇ ਪੁਰ ਕਾਂਗੜ ਕੇ ਢਿਗ। ਜਿਹੜਾ ਕਾਂਗੜ ਨਗਰ ਹੈ ਉਹਦੇ ਨੇੜੇ ਆ ਕੇ ਫਿਰ ਬਾਹਰ ਉਤਰ ਪਏ। ਕਿਰਪਾ ਜੋਧ ਪਰ ਧਰਤ ਬਿਲੰਦ। ਜਿਹੜਾ ਜੋਧ ਰਾਏ ਉਹਦੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਜੀ ਵਿਸ਼ੇਸ਼ ਕਰਕੇ ਕਿਰਪਾ ਕਰ ਰਹੇ। ਮਿਲਿਓ ਰਹਿ ਨਿਸ ਦਿਨ ਸੁਖ ਪਾਵੈ। ਕਿਉਂਕਿ ਰਾਤ ਦਿਨ ਗੁਰੂ ਮਹਾਰਾਜ ਨਾਲ ਮਿਲਿਆ ਜੁੜਿਆ ਰਹਿੰਦਾ, ਸੁਖ ਪਾਉਂਦਾ ਏ ਜੋਧ ਰਾਏ। ਕਰਤ ਬਾਰਤਾ ਲਾਪ ਆਨੰਦ। ਗੁਰੂ ਮਹਾਰਾਜ ਨਾਲ ਬਚਨ ਵਿਲਾਸ ਕਰਕੇ ਬੜਾ ਆਨੰਦ ਖੁਸ਼ ਹੁੰਦਾ ਹੈ। ਹਾਥ ਜੋਰ ਕਰ ਜੋਧ ਬਖਾਨੀ। ਇੱਕ ਦਿਨ ਦੀ ਗੱਲ ਹੈ, ਜੋਧ ਰਾਏ ਨੇ ਹੱਥ ਜੋੜ ਕੇ ਸਤਿਗੁਰੂ ਅੱਗੇ ਬੇਨਤੀ ਕਹੀ ਹੈ। ਕਿਰਪਾ ਕਰੋ ਇਮ ਕਿਰਪਾ ਨਿਦਾਨ। ਇਹ ਕਿਰਪਾ ਦੇ ਖਜ਼ਾਨੇ ਸਤਿਗੁਰੂ ਇਸ ਤਰ੍ਹਾਂ ਆਪ ਕਿਰਪਾ ਕਰ ਦੇਵ। ਪਾਵਨ ਕੋ ਕਰ ਪਾਵਨ ਘਰ ਮਮ। ਮਹਾਰਾਜ ਪਾਵਨ ਕੀਏ ਚਰਨ ਉਹਨਾਂ ਨੂੰ ਪਾ ਕਰਕੇ ਮੇਰੇ ਘਰ ਦੇ ਵਿੱਚ ਪਾਵਨ ਕਰੋ ਦਾਸ ਕੋ ਜਾਨ। ਆਪਣਾ ਦਾਸ ਜਾਣ ਕੇ ਮਾਰਾ ਪਾਵਨ ਕਰੋ, ਪਵਿੱਤਰ ਕਰ ਦਿਓ ਮੇਰਾ ਘਰ। ਅਚਹੋ ਆਹਾਰ ਆਪ ਤਹਿ ਬੈਠੋ। ਫਿਰ ਮੇਰੇ ਘਰ ਦੇ ਵਿੱਚ ਹੀ ਮਾਰਾ ਬੈਠ ਕੇ ਉੱਥੇ ਹੀ ਮਾਰਾ ਭੋਜਨ ਛਕੋ ਜੀ। ਪੁਨ ਚਾਹਤ ਕੀਨੋ ਪ੍ਰਸਥਾਨ। ਕਿਉਂਕਿ ਫਿਰ ਮਾਰਾ ਆਪ ਇੱਥੋਂ ਅੱਗੇ ਜਾਇਆ ਚਾਹੁੰਦੇ ਹੋ। ਇਹ ਆਬਿਲਾਖਾ ਪੂਰਨ ਕੀਜੈ। ਇਹ ਮਾਰਾ ਮੇਰੀ ਮਨ ਦੀ ਉਹ ਲੱਖ ਹੈ, ਖਾਹਿਸ਼ ਹੈ, ਚਾਹਨਾ ਇਹ ਪੂਰੀ ਕਰ ਦਈਏ। ਸਰਬ ਕਲਾ ਸਮਰੱਥ ਗੁਣਵਾਨ। ਮਾਰਾ ਸਰਵ ਕਲਾ ਸਮਰੱਥ ਤੇ ਗੁਣਾ ਵਾਲੇ ਹੋ। ਭਏ ਪ੍ਰੇਮ ਬਸ ਬੇਨਤੀ ਮਾਨੀ। ਜੋਧ ਰਾਏ ਦੇ ਪ੍ਰੇਮ ਦੇ ਬਸ ਹੋ ਗਏ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੇਨਤੀ ਕੀਤੀ, ਮੰਨ ਲੈਣਾ ਕੀਤੀ। ਗੁਰੂ ਗਰੀਬ ਨਿਵਾਜ ਕਿਰਪਾਲ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਗਰੀਬ ਨਿਵਾਜ ਹੈ, ਬੜੇ ਦਿਆਲੂ ਕਿਰਪਾਲੂ ਹੈ। ਲੈ ਕਾਰ ਗਮਨਿਓ ਸਦਨ ਆਪਨੇ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਾਲ ਲੈ ਕੇ ਆਪਣੇ ਘਰ ਵੱਲ ਨੂੰ ਚਲਾ ਗਿਆ। ਰੁਚ ਰਾਸਨ ਇੱਕ ਡਾਸ ਵਿਸਾਲ। ਸੋਹਣਾ ਜਿਹੜਾ ਆਸਣ ਉੱਚਾ ਹੈ ਸਤਿਗੁਰੂ ਅੱਗੇ ਵਾਸਤੇ ਇਸਨੇ ਡਾਇਆ ਵਿਛਾਇਆ ਹੈ। ਘਰ ਕੋ ਜੋਰ ਬਿਠਾਵਨ ਕੀਨੇ। ਉੱਚੇ ਆਸਣ ਉੱਚੇ ਪਣਗ ਤੇ ਹੱਥ ਜੋੜ ਕੇ ਸਤਿਗੁਰੂ ਨੂੰ ਸਤਿਕਾਰ ਨਾਲ ਬਿਠਾਇਆ ਹੈ। ਦੰਪਤ ਆਏ ਹਰਖ ਤਿਸ ਕਾਲ। ਉਸ ਵੇਲੇ ਕਹਿੰਦੇ ਦੋਵੇਂ ਜੀ ਬੜੇ ਖੁਸ਼ੀ ਮਨਾਉਂਦੇ ਹੋਏ ਸਤਿਗੁਰੂ ਪਾਸ ਆਏ। ਜਲ ਕਰ ਧਾਰ ਜੋਧ ਤਬ ਡਾਰਤ। ਉਸ ਵੇਲੇ ਜਿਹੜਾ ਜੋਧ ਰਾਏ ਆਪਣੇ ਹੱਥਾਂ ਵਿੱਚ ਜਲ ਲੈ ਕੇ ਸਤਿਗੁਰੂ ਦੇ ਚਰਨਾਂ ਤੇ ਪਾ ਰਿਹਾ ਹੈ। ਚਰਨ ਭਾਰ ਜਾ ਭਲੇ ਪਖਾਲ। ਇਹਦੀ ਜਿਹੜੀ ਘਰਵਾਲੀ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨੂੰ ਹੱਥ ਵਿੱਚ ਲੈ ਕੇ ਚੰਗੀ ਤਰ੍ਹਾਂ ਧੋ ਰਹੀ ਹੈ। ਚਰਨਾਮ੍ਰਿਤ ਕੋ ਪਾਨ ਕਰਿਓ ਜੁਗ। ਜੋ ਪਵਿੱਤਰ ਚਰਨਾਮ੍ਰਿਤ ਹੈ ਉਹ ਦੋਹਾਂ ਨੇ ਰਲ ਮਿਲ ਕੇ ਛਕਣਾ ਕੀਤਾ। ਸੀਸ ਬਿਲੋਚਨ ਕੋ ਤਬ ਲਾਏ। ਜਿਵੇਂ ਅੰਮ੍ਰਿਤ ਛਕੀ ਦਾ ਹੁੰਦਾ ਹੈ, ਕਹਿੰਦੇ ਇਸ ਤਰ੍ਹਾਂ ਆਪਣੇ ਸੀਸ ਵਿੱਚ ਪਾਇਆ, ਚਰਨਾਂ ਵਿੱਚ ਛੱਟੇ ਪਾਏ ਹਨ। ਸਾਧਨ ਕਰਿਓ ਛਿਰ ਕਾਵਨ ਸਾਰੇ। ਫਿਰ ਸਾਰੇ ਘਰ ਦੇ ਵਿੱਚ ਚਰਨਾਮ੍ਰਿਤ ਜਿਹੜਾ ਜਲ ਹੈ ਇਸ ਨੂੰ ਛਿੜਕਣਾ ਕੀਤਾ। ਸਤਿਗੁਰ ਸ਼ਰਧਾ ਆਦਿਕ ਵਧਾਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਹਿਰਦੇ ਵਿੱਚ ਬਹੁਤੀ ਸ਼ਰਧਾ ਭਾਵਨਾ ਵਧਾ ਕੇ ਉਹ ਕਰਿਆ ਹੈ। ਨਾਨਾ ਬਿਦ ਕੇ ਸਵਾਦਲ ਭੋਜਨ। ਉਹਨੂੰ ਬਾਅਦ ਕਹਿੰਦੇ ਤਰ੍ਹਾਂ ਦੇ ਜਿਹੜੇ ਭੋਜਨ ਬੜੇ ਸਵਾਦੀ ਹਨ। ਥਾਰ ਪਰੋਸ ਆਪ ਹੀ ਲਿਆਏ। ਆਓ ਥਾਲ ਵਿੱਚ ਪਰੋਸ ਕੇ ਤੇ ਜੋਧ ਰਾਏ ਆਪ ਹੀ ਉਹ ਥਾਲ ਚੁੱਕ ਕੇ ਲਿਆਇਆ ਹੈ। ਧਰ ਆਗੇ ਨਿਜ ਲੈ ਰੁਮਾਲ ਕਰ। ਕਹਿੰਦੇ ਸਤਿਗੁਰੂ ਦੇ ਅੱਗੇ ਉਹ ਥਾਲ ਰੱਖ ਦਿੱਤਾ ਤੇ ਆਪਣੇ ਹੱਥਾਂ ਵਿੱਚ ਇੱਕ ਰੁਮਾਲ ਜਿਹਾ ਲੈ ਲਿਆ ਹੈ। ਦੰਪਤ
ਠਾਡੇ ਆਸਨ ਅਚਾਏ। ਹਾਂ ਦੋਵੇਂ ਜੀ ਹੱਥ ਜੋੜ ਕੇ ਖੜੋਤੇ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੋਜਨ ਛਕਾਰੇ। ਇਹ ਸਵਾਦਲ ਬਹੁ ਮధుਰ ਬਨਿਓ ਪ੍ਰਭ। ਇਹ ਪਰਮੇਸ਼ਰ ਰੂਪ ਇਹ ਬੜਾ ਸਵਾਦੀ ਇਹ ਬੜਾ ਮਿੱਠਾ ਭੋਜਨ ਸੋਹਣਾ ਬਣਿਆ ਹੈ। ਇਹ ਬਹੁ ਤੁਰਸ਼ ਸਲਵਨ ਪ੍ਰਕਾਰ। ਇਹ ਮਾਰਾ ਖੱਟ ਮਿੱਠਾ ਭੋਜਨ ਹੈ ਇਹ ਲੂਣ ਸਹਿਤ ਹੈ ਬਹੁਤ। ਇਮ ਕਹਿ ਕਰ ਬਹੁ ਧਰ ਧਰ ਪਾਉ। ਇਸ ਤਰ੍ਹਾਂ ਮਾਰਾ ਨੂੰ ਕਹਿ ਕੇ ਬਹੁਤ ਹੀ ਪ੍ਰੇਮ ਰੱਖ ਕੇ ਸਨੇ ਸਨੇ ਅਚਵਾਏ ਆਹਾਰ। ਹੌਲੀ ਹੌਲੀ ਸਤਿਗੁਰੂ ਨੂੰ ਸ਼ਰਧਾ ਨਾਲੇ ਭੋਜਨ ਛਕਾਰੇ। ਮਹਾਰਾਜ ਇਹ ਆਪਰ ਅਸਨ ਫੇਰ ਕਹਿੰਦੇ ਇਹ ਗੁਰੂ ਮਹਾਰਾਜ ਇੱਕ ਹੋਰ ਭੋਜਨ ਬਣਿਆ ਹੋਇਆ ਹੈ। ਲੀਜਹਿ ਸਵਾਦ ਕਰਿਓ ਹਿਤ ਧਾਰ। ਮਾਰਾ ਪ੍ਰੇਮ ਧਾਰ ਕੇ ਤਿਆਰ ਕੀਤਾ ਆਪ ਇਹਦਾ ਵੀ ਭੋਜਨ ਦਾ ਸਵਾਦ ਲੈ ਲਈਏ ਛਕੇ। ਇਮ ਕਹਿ ਨਏ ਨਏ ਧਰ ਆਗੈ। ਇਸ ਤਰ੍ਹਾਂ ਮਾਰਾ ਨੂੰ ਕਹਿ ਕੇ ਨਵੇਂ ਨੂੰ ਤੋਂ ਨਵੇਂ ਜਿਹੜੇ ਭੋਜਨ ਲਿਆ ਕੇ ਸਤਿਗੁਰੂ ਅੱਗੇ ਰੱਖੀ ਜਾਂਦੇ ਆ। ਕਰਹਿ ਰਿਜਾਵਨ ਗੁਰੂ ਉਦਾਰ। ਜੋ ਸ੍ਰੇਸ਼ਟ ਸਤਿਗੁਰੂ ਉਹਨਾਂ ਨੂੰ ਭੋਜਨ ਛਕਾ ਕੇ ਪ੍ਰਸੰਨ ਕਰੀ ਜਾ ਰਹੇ। ਤ੍ਰਿਪਤ ਪਏ ਭਏ ਸੁੰਦਰ ਜਲ ਸੀਤਲ। ਹਾਂ ਜਦੋਂ ਗੁਰੂ ਮਹਾਰਾਜ ਭੋਜਨ ਛਕ ਕੇ ਤ੍ਰਿਪਤ ਹੋ ਗਿਆ ਸੋਹਣਾ ਠੰਡਾ ਜੋ ਜਲ ਹੈ। ਸਿੱਖ ਸੁਤਾ ਲੈ ਕਰ ਨਿਜ ਹਾਥ। ਜਿਹੜੀ ਇਹ ਗੁਰਸਿੱਖ ਦੀ ਲੜਕੀ ਹੈ ਜੋਧ ਰਾਏ ਦੀ ਇੱਕ ਪਤਨੀ ਇਹਨੇ ਆਪਣੇ ਹੱਥਾਂ ਵਿੱਚ ਲੈ ਕੇ ਦਿਓ ਪਾਨ ਕਰਬੇ ਕੋ ਤਿਸ ਛਿਨ। ਠੰਡਾ ਤੇ ਪਵਿੱਤਰ ਜਿਹੜਾ ਜਲ ਉਹ ਸਤਿਗੁਰੂ ਮਹਾਰਾਜ ਨੂੰ ਛਕਣ ਵਾਸਤੇ ਹੱਥਾਂ ਵਿੱਚ ਦਿੱਤਾ ਹੈ। ਲੈ ਕਰ ਪੀਵਤ ਭੇ ਜਗਨਾਥ। ਜਗਤ ਦੇ ਮਾਲਕ ਸ਼ਰਧਾ ਜਾਣ ਕੇ ਉਹ ਜਲ ਲੈ ਕੇ ਛਕ ਰਹੇ ਪੀ ਰਹੇ। ਕਰਿਓ ਚੁਰਾ ਆਰ ਪਾਨ ਪਖਾਰੇ। ਫੇਰ ਉਹ ਜਲ ਦੇ ਨਾਲ ਚੁਲਾ ਕਰ ਲਿਆ ਬਾਅਦ ਵਿੱਚ ਹੱਥ ਧੋ ਲੈਣਾ ਕੀਤੇ। ਪ੍ਰੇਮ ਪਰਖ ਲਖ ਸ਼ਰਦਾ ਸਾਥ। ਇਹਨਾਂ ਦਾ ਪ੍ਰੇਮ ਵੇਖ ਕੇ ਤੇ ਮਹਾਨ ਸ਼ਰਧਾ ਜਾਣ ਕੇ ਪਰ ਕੋ ਦੇਤ ਭਏ ਸ੍ਰੀ ਜਗ ਗੁਰ। ਹਾਂ ਜੋ ਜਗਤ ਦੇ ਗੁਰੂ ਹਨ ਇਹਨਾਂ ਨੂੰ ਵਰ ਦੇਣ ਲੱਗੇ ਹਨ। ਜਬ ਦੰਪਤ ਪਦ ਧਾਰਿਓ ਮਾਥ। ਜਦੋਂ ਦੋਵਾਂ ਜੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਮੱਥੇ ਰੱਖ ਦਿੱਤੇ ਉਸ ਵੇਲੇ ਗੁਰੂ ਮਹਾਰਾਜ ਨੇ ਵਰ ਨੂੰ ਦਿੱਤੇ ਹਨ। ਤੁਮਰੇ ਔਰ ਗੁਰਮਤ ਹੋਏ ਪ੍ਰਾਪਤ। ਮਹਾਰਾਜ ਕਹਿੰਦੇ ਵੀ ਤੁਹਾਡੇ ਦੋਵਾਂ ਜੀਆਂ ਦੇ ਹਿਰਦੇ ਵਿੱਚ ਗੁਰੂ ਕੀ ਜਿਹੜੀ ਮੱਤ ਹੈ ਉਹ ਪ੍ਰਾਪਤ ਹੋ ਜਾਏ। ਤੁਹਾਡੇ ਹਿਰਦਿਆਂ ਵਿੱਚ ਗੁਰੂ ਨਾਨਕ ਸਾਹਿਬ ਦੀ ਜਿਹੜੀ ਸਿੱਖਿਆ ਉਹ ਪ੍ਰਵੇਸ਼ ਹੋ ਜਾਏ। ਹਮ ਪਰਲੋਕ ਮਹਿ ਬਨਹਿ ਸਹਾਇ। ਬਾਕੀ ਵੀ ਅਸੀਂ ਵੀ ਤੁਹਾਡੇ ਪ੍ਰਲੋਕ ਦੇ ਵਿੱਚ ਸਹਾਇਤਾ ਕਰਨ ਵਾਲੇ ਬਣਾਂਗੇ। ਭਗਤ ਗਿਆਨ ਅਭਿਆਸੋ ਦੰਪਤ। ਤੁਸੀਂ ਵੀ ਦੋਵੇਂ ਜੀ ਕਹਿੰਦੇ ਜਿਸ ਨਾਲ ਉਹ ਗਿਆਨ ਹੋਵੇ ਐਸੀ ਕਹਿੰਦੇ ਪ੍ਰੇਮਾ ਭਗਤੀ ਦਾ ਅਭਿਆਸ ਕਰਿਆ ਕਰੋ। ਸਤ ਨਾਮ ਸਿਮਰਹੁ ਲਿਵ ਲਾਏ। ਹਾਂ ਮਨ ਦੀ ਲਿਵ ਲਾ ਕੇ ਬਿਰਤੀ ਲਾ ਕੇ ਸਤ ਨਾਮ ਵਾਹਿਗੁਰੂ ਸਿਮਰਿਆ ਕਰੋ। ਪ੍ਰਭ ਭਾਣੇ ਮਹਿ ਹਰ ਖੋਹ ਹਿਤ ਧਰ। ਬੜਾ ਪ੍ਰੇਮ ਧਾਰ ਕੇ ਜੋ ਪਰਮੇਸ਼ਰ ਦਾ ਭਾਣਾ ਹੈ ਉਹਦੇ ਵਿੱਚ ਖੁਸ਼ ਰਿਹਾ ਕਰੋ। ਹਉਮੈ ਤਿਆਗੋ ਮਿਥਿਆ ਪਾਏ। ਹਾਂ ਕਹਿੰਦੇ ਇਸ ਤਰ੍ਹਾਂ ਜਿਹੜੀ ਮਿਥਿਆ ਭਾਵਨਾ ਹੈ ਇਹ ਕਹਿੰਦੇ ਨਾਸਵੰਤ ਤੁਸੀਂ ਛੱਡ ਦੇਵੋ। ਅਨ ਹੋਵਤ ਹੀ ਉਪਜੀ ਹੀਏ ਮਹਿ। ਇਹ ਕਹਿੰਦੇ ਜਿਹੜੀ ਹਉਮੈ ਹੈ ਕਹਿੰਦੇ ਅਨਹੋਈ ਹਿਰਦੇ ਵਿੱਚ ਪੈਦਾ ਹੋਈ ਹੈ ਜ਼ਬਰਦਸਤੀ ਜਿਵੇਂ ਧਰਤੀ ਵਿੱਚ ਘਾਹ ਫੂ ਮੱਲੋ ਮੱਲੀ ਹੋਈ ਜਾਂਦਾ ਹੈ। ਲਖੋ ਸਰੂਪ ਜੋ ਸਹਿਜ ਸੁਭਾਅ। ਇਹ ਹਉਮੈ ਨੂੰ ਛੱਡ ਕੇ ਜਿਹੜਾ ਆਪਣਾ ਸਵੈ ਸਰੂਪ ਉਹਨੂੰ ਸਹਿਜੇ ਸੁਭਾਅ ਸ਼ਾਂਤੀ ਸੁਭਾਅ ਰਾਹੀਂ ਜਾਣ ਲਓ। ਹੋ ਤੋ ਭੂਤ ਜੋ ਰਹਿ ਭਵਿੱਖਤ। ਜਿਹੜਾ ਤੁਹਾਡਾ ਸਵੈ ਸਰੂਪ ਹੈ ਪਿਛਲੇ ਵਰਤਮਾਨ ਸਮੇਂ ਵਿੱਚ ਵੀ ਸੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਸਰੂਪ ਕਾਇਮ ਰਹੇਗਾ। ਸਤ ਚੇਤਨ ਆਨੰਦ ਪਰਮਾਨ। ਕਹਿੰਦੇ ਉਹ ਹੈ ਸਰਚਿਤ ਆਨੰਦ ਰੂਪ ਇਸ ਤਰ੍ਹਾਂ ਪਰ ਵਿਸ਼ੇਸ਼ ਕਰਕੇ ਮੰਨ ਲਓ ਜਾਣ ਲਓ। ਸੋ ਸਰੂਪ
ਤੁਮ ਆਪਨੋ ਜਾਣਹੁ। ਹਾਂ ਜਿਹੜਾ ਹਮੇਸ਼ਾ ਪਿੱਛੇ ਸੀ ਹੁਣ ਹੈਗਾ ਅੱਗੇ ਨੂੰ ਰਹੇ, ਉਸ ਨੂੰ ਤੁਸੀਂ ਆਪਣਾ ਸਰੂਪ ਸਮਝੋ ਜਾਣੋ। ਨਹਿ ਉਪਜੈ ਨਹਿ ਹੋਵਤ ਹਾਨ। ਉਹ ਜਿਹੜਾ ਸਵੈ ਸਰੂਪ ਹੈ, ਨਾ ਪਿੱਛੇ ਪੈਦਾ ਹੋਇਆ, ਨਾ ਅੱਗੇ ਨੂੰ ਉਹਦੀ ਹਾਨੀ ਹੋਣੀ, ਨਾ ਉਹਨੇ ਮਰਨਾ ਹੈ। ਸੂਖਮ ਤੇ ਅਤ ਸੂਖਮ ਹੈ ਨਿਤ। ਉਹ ਜਿਹੜਾ ਤੁਹਾਡਾ ਸਵੈ ਸਰੂਪ ਹੈ, ਤੁਹਾਡਾ ਆਪਣਾ ਆਪਾ ਹੈ, ਉਹ ਬੜਾ ਸੂਖਮ ਤੋਂ ਸੂਖਮ ਹੈ ਹਮੇਸ਼ਾ। ਆਹ ਮਹਿਦ ਤੇ ਮਹਿਦ ਮਹਾਨ। ਫਿਰ ਉਹ ਜਿਹੜਾ ਸਵੈ ਸਰੂਪ ਆਤਮਾ ਹੈ, ਤੁਹਾਡਾ ਆਪਣਾ ਆਪ ਹੈ, ਮਹਾਨ ਤੋਂ ਮਹਾਨ ਹੈ, ਵੱਡਿਆਂ ਤੋਂ ਵੱਡਾ ਵੀ ਹੈ। ਅੰਤః ਕਰਣ ਉਪਾਧੀ ਸੋ ਮਿਲ। ਉਹ ਜਿਹੜਾ ਅੰਤःਕਰਨ ਮਨ ਬੁੱਧ ਹੈ, ਇਹਦੀ ਉਪਾਧੀ ਨਾਲ ਮਿਲ ਕੇ, ਇਹਦੇ ਨਾਲ ਇਹਨਾਂ ਦੇ ਵਿੱਚ ਹੋ ਕੇ ਇੰਦਰੀਏ ਸੋ ਸੰਬੰਧ ਪੁਨ ਠਾਨ। ਫਿਰ ਜਿਹੜੇ ਗਿਆਨ ਇੰਦਰੀ ਉਹਨਾਂ ਦੇ ਨਾਲ ਤੁਹਾਡਾ ਆਪਾ ਜਿਹੜਾ ਉਹ ਸੰਬੰਧ ਕਰਦਾ ਹੈ। ਹਰਖ ਸੋਗ ਕੋ ਭਾਗੀ ਬਨ ਕਰ। ਫਿਰ ਉਹੀ ਕਹਿੰਦੇ ਵੀ ਮੈਂ ਪ੍ਰਸੰਨ ਹਾਂ, ਮੈਨੂੰ ਬੜਾ ਪਦਾਰਥ ਗਏ ਦਾ ਸੋਗ ਹੈ, ਇਹਦਾ ਹਿੱਸੇਦਾਰ ਬਣ ਕੇ ਭਾਗੀ ਬਣ ਕੇ ਜਨਮ ਮਰਨ ਕੋ ਪੁਨ ਪੁਨ ਪਾਏ। ਜੰਮਣ ਮਰਨ ਦਾ ਪੁਨਾ ਪੁਨਾ ਕਹਿੰਦੇ ਦੁੱਖ ਪਾਉਂਦਾ ਹੈ। ਨਹਿ ਸੰਖਿਆ ਪੂਰਬ ਤਨ ਧਾਰਨ। ਉਹ ਕਹਿੰਦੇ ਅੰਗਤਾ ਕਰਨ ਦੀ ਉਪਾਧੀ ਨਾਲ ਮਿਲ ਕੇ ਇੰਦਰੀਆਂ ਦੇ ਨਾਲ ਸੰਬੰਧ ਕਰਕੇ ਤੁਹਾਡੇ ਆਪੇ ਨੇ, ਕਹਿੰਦੇ ਇੰਨੇ ਸਰੀਰ ਧਾਰੇ, ਉਹਨਾਂ ਦੀ ਗਿਣਤੀ ਨਹੀਂ ਪਾਈ ਜਾ ਸਕਦੀ। 84 ਲੱਖ ਜੂਨ ਹਾਂ, ਪਰਮਾਏ। ਜਿਵੇਂ 84 ਲੱਖ ਜੂਨ ਹੈ, ਉਹਦੇ ਵਿੱਚ ਹੀ ਇਹ ਭਰਮ ਦਾ ਭਟਕਦਾ ਹੈ। ਆਗੇ ਜੁਗ ਅਸੰਖ ਮਹਿ ਜਾਣਾ। ਆਉਣ ਵਾਲੇ ਸਮੇਂ ਵਿੱਚ ਹੀ ਅਸੰਖਾਂ ਯੁਗਾਂ ਵਿੱਚ ਹੀ ਇਹ ਭਰਮ ਦਾ ਫਿਰੇਗਾ। ਹਉਮੈ ਹੰਕਾਰ ਤੇ ਇਸੇ ਤਰ੍ਹਾਂ ਤੈ ਕਰਨੀ ਉਪਾਧੀ ਨਾਲ ਗਿਆਨ ਇੰਦਰੀਆਂ ਨਾਲ ਮਿਲ ਕੇ ਜਾਣ ਲਓ। ਧਰਹਿ ਦੇਹ ਭੋਗਹਿ ਬਿਨ ਸਾਰ। ਤਰ੍ਹਾਂ ਤਰ੍ਹਾਂ ਦੀਆਂ ਦੇਹਾਂ ਧਾਰਨ ਕਰੇਗਾ, ਉਹਦੇ ਵਿੱਚ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਭੋਗੇਗਾ, ਫਿਰ ਬਿਨਸ ਜਾਏਗਾ, ਮਰ ਜਾਏਗਾ। ਬਾਰ ਬਾਰ ਜਮ ਕੈ ਬਸ ਪਰ ਕੈ। ਹਾਂ, ਮੁੜ ਮੁੜ ਕੇ ਜਮਾਂ ਦੇ ਬਸ ਪੈ ਕੇ। ਊਚ ਕੇ ਨੀਚ ਹਰਟ ਕੈ ਪਾਏ। ਕਿਤੇ ਉੱਚੇ ਥਾਂ ਕਿਤੇ ਨੀਵੇਂ ਹੇਠਾਂ ਨੂੰ, ਜਿਵੇਂ ਹੱਟ ਦੀਆਂ ਟਿੰਡਾਂ ਹੁੰਦੀਆਂ ਉਹਦੇ ਤਰ੍ਹਾਂ ਉਹ ਭਰ ਕੇ ਤਾਂ ਆ ਜਾਂਦੀਆਂ, ਖਾਲੀ ਹੋ ਕੇ ਹੇਠਾਂ ਜਾ ਰਹੀਆਂ ਤਾਂ ਪੁੰਨਾ ਰੂਪੀ ਪਾਣੀ ਦੇ ਨਾਲ ਇਹ ਸਰੀਰ ਰੂਪੀ ਟਿੰਡ ਜੀ ਭਰ ਕੇ ਉੱਪਰ ਨੂੰ ਸਵਰਗ ਲੋਕ ਨੂੰ ਚਲੀ ਜਾਂਦੀ ਹੈ। ਖਾਲੀ ਟਿੰਡ ਹੋਣ ਵਾਸਤੇ ਪੁੰਨਾ ਤੇ ਨਾਸ ਹੋਣ ਤੋਂ ਫੇਰੇ ਧਰਤੀ ਤੇ ਆ ਜਾਂਦੀ ਹੈ। ਜਹ ਤਨ ਧਰਹਿ ਥਿਰਹਿ ਨਹਿ ਕਾਤਹੁ। ਮਹਾਰਾਜ ਕਹਿੰਦੇ ਜਿੱਥੇ ਵੀ ਇਹ ਸਰੀਰ ਧਾਰਨ ਕਰ ਲੈਂਦਾ, ਉੱਥੇ ਇੱਕ ਸਦਾ ਲਈ ਨਹੀਂ ਇਹ ਟਿਕਦਾ ਹੈ। ਬਿਨ ਤਨ ਰਹਿ ਨਹੀਂ ਕਿਸ ਕਾ। ਇਹ ਜਿਹੜਾ ਜੀਵ ਆਤਮਾ ਕਿਸੇ ਸਮੇਂ ਵੀ ਸਰੀਰ ਤੋਂ ਬਗੈਰ ਨਹੀਂ ਰਹਿੰਦਾ ਹੈ। ਸਰੀਰ ਕੋਈ ਨਾ ਕੋਈ ਸਰੀਰ ਦੇ ਵਿੱਚ ਹਮੇਸ਼ਾ ਟਿਕਦਾ ਹੀ ਹੈ। ਜਾਂ ਤੇ ਬਾਢ ਸੰਕਟ ਕੋ ਤਿਆਗਨ। ਇਸ ਕਰਕੇ ਕਹਿੰਦੇ ਬਹੁਤ ਵੱਡੇ ਜਿਹੜੇ ਦੁੱਖ ਹੈ ਉਹਨੂੰ ਛੱਡਣੇ ਕਰਕੇ ਕਰਹਿ ਭਲੇ ਨਾਰ ਜਤਨ ਵਿਸਾਰ। ਜਿਹੜਾ ਮਨੁੱਖ ਹੈ ਚੰਗੀ ਤਰ੍ਹਾਂ ਕਹਿੰਦੇ ਯਤਨ ਕਰੇ ਵੀ, ਜਿਸ ਕਰਕੇ ਵੱਡੇ ਵੱਡੇ ਦੁੱਖਾਂ ਤੋਂ ਮੈਂ ਬਚ ਜਾਵਾਂ। ਇੱਕ ਸਿਮਰਨ ਸਤ ਨਾਮ ਕਰੇ ਉਹ ਬਿਨ। ਕੀ ਯਤਨ ਹੈ? ਕਹਿੰਦੇ ਇੱਕ ਹੈ ਸਤਿਨਾਮ ਵਾਹਿਗੁਰੂ। ਇਹ ਯਤਨ ਕੀਤੇ ਤੋਂ ਬਗੈਰ ਸਿਮਰਨ ਕੀਤੇ ਤੋਂ ਰਹਿ ਫਸਿਓ ਰਹਿ ਇਹ ਨਿਤ ਜਮ ਕਾਲ। ਇਹ ਜਿਹੜਾ ਜੀਵ ਆਤਮਾ ਹਮੇਸ਼ਾ ਜਿਹੜਾ ਕਾਲ ਕਰਨ ਵਾਲਾ, ਉਹਦੇ ਕਹਿੰਦੇ ਜਾਲ ਵਿੱਚ ਫਸਿਆ ਰਹਿੰਦਾ ਹੈ, ਮੋਹ ਦੇ ਅਧੀਨ ਹੋਇਆ ਰਹਿੰਦਾ। ਬਿਨ ਸਤਿਗੁਰ ਕੇ ਨਾਮ ਨ ਪ੍ਰਾਪਤ। ਹੈ ਵੀ ਜੋ ਦਰਾਏ ਪੂਰੇ ਸਤਿਗੁਰੂ ਤੋਂ ਬਗੈਰ ਜਿਸ ਨਾਮ ਨੇ ਕਲਿਆਣ ਕਰਨੀ, ਉਹ ਨਾਮ ਨਹੀਂ ਇਹਨੂੰ ਪ੍ਰਾਪਤ ਹੁੰਦਾ। ਗੁਰ ਸੇਵਹਿ ਤਬ ਹੋਏ ਨਿਹਾਲ। ਜਦੋਂ ਗੁਰੂ ਮਹਾਰਾਜ ਦੀ ਸੇਵਾ ਕਰਦਾ ਹੈ, ਫਿਰ ਅਸੀਂ ਨਾਮ ਬਾਣੀ ਨੂੰ ਦਿੰਦੇ ਹਨ, ਫਿਰ ਇਹ ਨਿਹਾਲ ਹੁੰਦਾ ਹੈ। ਦੋਹਰਾ ਸੁਨਤ ਜੋਤ ਕਹਿ ਜੋਰ ਕਰ। ਕਿਉਂ ਗੁਰੂ ਮਹਾਰਾਜ ਦੇ ਮੁਖ ਤੋਂ ਉਪਦੇਸ਼ ਵਿੱਚ ਬਚਨ ਸੁਣ ਕੇ ਜੋੜ ਰਹੇ ਨੇ, ਹੱਥ ਜੋੜ ਕੇ ਕਿਹਾ ਲਖੋ ਆਪਣੇ ਦਾਸ। ਮਹਾਰਾਜ ਸਾਨੂੰ ਤਾਂ ਆਪਣੇ ਘਰ ਦੇ ਦਾਸ ਸੇਵਕੀ ਜਾਣ ਲਓ।
रखो लाज निज नाम की। मैं महाराज जी तुहाडे सिख करा गए हाँ, इस करके अपने नाम दी लज्जिया रखो। कीजह सुमत प्रकाश साडे ਹਿਰਦਿਆਂ ਨੂੰ ਜਿਹੜੀ श्रेष्ठ माता हमारा प्रगट करो, सानू श्रेष्ठ मत बख्शो जी। प्रात होत त्यारी करहो। हाँ महाराज आप जी कहंदे सवेर ਹੁੰਦਿਆਂ ਹੋਇਆਂ ਤਿਆਰੀ ਮੈਂ ਕਰ ਰਿਹਾ ਹਾਂ। रुच है न तजबो साथ। ਤੁਹਾਡਾ ਜਿਹੜਾ ਸਾਥ ਛੱਡਣਾ ਮੈਨੂੰ ਮਹਾਰਾਜ ਰੁਚਦਾ ਨਹੀਂ, ਚੰਗਾ ਨਹੀਂ ਲੱਗ ਰਿਹਾ। ਮੈਂ ਨਾਲ ਜਾਵਾਂਗਾ, ਤਿਆਰੀ ਕਰ ਰਿਹਾ ਹਾਂ। दर्शन ते आनंद होए ਮਹਾਰਾਜ ਆਪ ਦੇ ਦਰਸ਼ਨ ਕਰਕੇ ਮੈਨੂੰ ਬੜਾ ਆਨੰਦ ਹੋਵੇਗਾ। लेहो संग मुझ नाथ। ਜਿਸ ਕਰਕੇ ਮਹਾਰਾਜ ਸਵੇਰੇ ਚੱਲਣ ਵੇਲੇ ਮੈਨੂੰ ਆਪਣੇ ਨਾਲ ਲੈ ਲਿਓ। ਮੈਂ ਇਸ ਕਰਕੇ ਹੁਣੇ ਤਿਆਰੀ ਕਰ ਰਿਹਾ ਹਾਂ। पुन प्रसन्न हुए सत गुरु। ਇਸ ਤਰ੍ਹਾਂ ਮਹਾਰਾਜ ਸੁਣ ਕੇ ਫਿਰ ਬਹੁਤ ਪ੍ਰਸੰਨ ਹੋਏ। कृपा रसीले नैन। ਆਪ ਜੀ ਦੇ ਕਹਿੰਦੇ ਕਿਰਪਾ ਨਾਲ ਬੜੇ ਸੋਹਣੇ ਨੇਤਰ ਭਰੇ ਹੋਏ। ਵੇਖ ਦੰਪਤ ਕੇ ਭਾਵ ਕੋ। ਹਾਂ ਦੋਹਾਂ ਜੀਆਂ ਦੇ ਭਾਵ ਨੂੰ, ਪ੍ਰੇਮ ਨੂੰ ਵੇਖ ਕੇ ਕਹਿਤ ਸੋ ਮੁਖ ਤੇ ਬੈਨ। ਗੁਰੂ ਹਰਗੋਬਿੰਦ ਸਾਹਿਬ ਜੀ ਮੁਖੋਂ ਫਿਰੇ ਬਚਨ ਕਹਿਣ ਲੱਗੇ, ਅਬ ਤੁਮ ਕਾਂਗੜਪੁਰ ਬਸਹੋ। ਗੁਰੂ ਮਹਾਰਾਜ ਕਹਿੰਦੇ ਵੀ ਸਾਡੇ ਨਾਲ ਨਹੀਂ ਜਾਣਾ, ਹੁਣ ਤੁਸੀਂ ਇਹ ਕਾਂਗੜਪੁਰ ਵਿੱਚ ਹੀ ਬਸੋ, ਇੱਥੇ ਨਗਰ ਵੀ ਟਿਕੋ। ਹਿਰਦੈ ਧਾਰ ਗੁਰ ਧਿਆਨ। ਇੱਥੇ ਵੀ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਧਿਆਨ ਧਰ ਕੇ ਟਿਕੇ ਰਹੋ। ਸਤ ਨਾਮ ਸਿਮਰਨ ਕਰੋ। ਅੰਮ੍ਰਿਤ ਵੇਲੇ ਉੱਠ ਕੇ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ। ਦੋਹ ਲੋਕਨ ਕਲਿਆਣ। ਕਿਉਂ ਬਈ ਤੁਹਾਡੀ ਦੋਹਾਂ ਲੋਕਾਂ ਵਿੱਚ ਕਲਿਆਣ ਹੋ ਜਾਏਗੀ, ਮੁਕਤੀ ਹੋ ਜਾਏਗੀ। ਪੁਨ ਹਮ ਪਠਹਿ ਹਕਾਰ ਜਬ। ਫੇਰ ਵੀ ਜਦੋਂ ਅਸੀਂ ਕਿਸੇ ਨੂੰ ਬੁਲਾਉਣ ਵਾਸਤੇ ਤੁਹਾਡੇ ਕੋਲ ਸੱਦਾ ਭੇਜਿਆ, ਕੈ ਦਿਨ ਕੇਤਕ ਬਿਤਾਏ। ਹਾਂਜੀ ਕੈ ਦਿਨ ਕੇਤਕ ਬਿਤਾਏ। ਹਾਂ ਕੁਝ ਕੁ ਦਿਨ ਇਸ ਤਰ੍ਹਾਂ ਬਤੀਤ ਕਰਕੇ ਮਿਲਹੋ ਆਨ ਆਨੰਦ ਸੋ। ਫੇਰ ਬੜੇ ਆਨੰਦ ਨਾਲ ਸਾਨੂੰ ਆ ਕੇ ਮਿਲਿਓ ਜੁੜਿਓ। ਹੋਏ ਡੇਰਾ ਜਿਸ ਥਾਂ। ਇਸ ਥਾਂ ਵੀ ਸਾਡਾ ਪੱਕੇ ਤੌਰ ਤੇ ਟਿਕਾਣਾ ਹੋਵੇਗਾ। ਬਾਹਰ ਜੋਧ ਕੀ ਭਾਰ ਜਾ। ਉਸ ਤੋਂ ਬਾਅਦ ਜਿਹੜੀ ਜੋਧ ਰਾਏ ਦੀ ਘਰ ਵਾਲੀ ਪਤਨੀ ਹੈ, ਬੋਲੀ ਅਬਿਨੈ ਸਮੇਤ। ਇਹ ਬੇਨਤੀ ਦੇ ਸਹਾਇਤਿਓਂ ਬਚਨ ਬੋਲੀ ਹੈ, ਰਾਵਰ ਭੀ ਇਸ ਦੇਸ਼ ਮਹਿ। ਇਹ ਗੁਰੂ ਹਰਗੋਬਿੰਦ ਸਾਹਿਬ ਹੁਣ ਚਲੇ ਜਾ ਰਹੇ ਹੋ, ਆਪ ਵੀ ਕਿਸੇ ਸਾਡੇ ਇਲਾਕੇ ਵਿੱਚ ਆਵੋ ਕਬਹਿ ਨਿਕੇਤ। ਕਦੇ ਨਾ ਕਦੇ ਇਸ ਇਲਾਕੇ ਵਿੱਚ ਆ ਕੇ ਸਾਡੇ ਘਰ ਵੀ ਦੁਬਾਰਾ ਆਓਗੇ। ਪੁਨ ਸ੍ਰੀ ਹਰਿ ਗੋਬਿੰਦ ਕਹਿਓ। ਉਸ ਵੇਲੇ ਜੋਧ ਰਾਏ ਦੀ ਪਤਨੀ ਤੋਂ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਬਚਨ ਕਿਹਾ, ਰੂਪ ਅਪਰ ਕੋ ਧਾਰ। ਕਹਿੰਦੇ ਵੀ ਇਹ ਛੇਵੇਂ ਸਰੂਪ ਵਿੱਚ ਤਾਂ ਨਹੀਂ, ਹੋਰ ਸਰੂਪ ਵਿੱਚ ਅਸੀਂ ਆ ਜਾਵਾਂਗੇ। ਤੋਬ ਸੰਤਤ ਕੇ ਸਦਨ ਮਹਿ। ਕਹਿੰਦੇ ਤੇਰੀ ਜਿਹੜੀ ਸੰਤਾਨ ਹੈ ਨਾ ਬੀਵੀ, ਉਹਦੇ ਘਰ ਦੇ ਵਿੱਚ ਬਸੋ ਆਨ ਤਿਸ ਬਾਰ। ਕਹਿੰਦੇ ਉਸ ਵੇਲੇ ਤੇਰੀ ਸੰਤਾਨ ਦੇ ਘਰ ਆ ਕੇ ਅਸੀਂ ਹੋਰ ਸਰੀਰ ਦੇ ਹੋਰ ਸਰੂਪ ਦੇ ਵਿੱਚ ਬਸਾਂਗੇ। ਉਹ ਜਿਹੜੇ ਬਚਨ ਹੈ ਉਹ ਢੰਗ ਨਾਲ ਇਸ਼ਾਰੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹੇ। ਭਾਵੇਂ ਜਦੋਂ ਸਾਡਾ 10ਵਾਂ ਜਾਮਾ ਹੋਏਗਾ, ਹੁਣ ਤਾਂ ਹਰਗੋਬਿੰਦ ਸਾਹਿਬ ਹੈ ਨਾ, ਫਿਰ ਸਾਡਾ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਹੋਵੇਗਾ। ਫਿਰ ਤੁਹਾਡੀ ਸੰਤਾਨ ਦੇ ਕੋਲ ਆ ਕੇ ਰਹਾਂਗੇ। ਉਹ ਫਿਰ ਇਹਨਾਂ ਦੀ ਸੰਤਾਨ ਵਿੱਚੋਂ ਲਖਮੀਰ, ਸ਼ਮੀਰ, ਤਖਤ ਮੱਲਾਦਕ ਇਹ ਤਿੰਨੇ ਭਰਾ ਬਹੁਤ ਹੀ ਮਹਾਰਾਜ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ਰਧਾਲੂ ਹੋਏ। ਇਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਿਆ ਸੀ। ਇਹ ਕਾਂਗੜ ਤੋਂ ਲਖਮੀਰ ਸ਼ਮੀਰ ਇੱਥੇ ਦੀਨੇ ਆ ਗਏ ਸਨ। ਫਿਰ ਸ਼ਰਧਾ ਸਤਿਕਾਰ ਨਾਲ ਗੁਰੂ ਮਹਾਰਾਜ ਨੂੰ ਆਪਣੇ ਘਰ ਲੈ ਆਏ ਸਨ। ਉਹ ਬੇਅੰਤੀ ਬੇਅੰਤ ਸਤਿਗੁਰੂ ਦੀ ਇਹਨਾਂ ਨੇ ਖੁਸ਼ੀ ਹਾਸਲ ਕੀਤੀ ਸੀ। ਔਰ ਇਹਨਾਂ ਦਾ ਜਿਹੜਾ ਮਾਮਾ ਉਹ ਜੈਤੋ ਦਾ ਨਿਵਾਸੀ ਸੀ, ਉਹ ਇਹੋ ਜਿਹਾ ਸੀ ਲਾਲਾ ਮਾਲੇ ਨੂੰ ਮੰਨਣ ਵਾਲਾ। ਜੋ ਕੋਈ ਮਹਾਰਾਜ ਦੇਣਾ ਚਾਹੁੰਦੇ ਸੀ ਉਹ ਰੋਕ ਟੋਕ ਲਾ ਲੈਂਦਾ ਸੀ ਵੀ ਤੁਸੀਂ ਆਉਣਾ ਕਰੋ। ਅਸੀਤ ਪ੍ਰਸ਼ਾਦ ਬਖਸ਼ਿਆ ਸੀ, ਉਹ ਵੀ ਇਹਨੇ ਨੇ ਛਕਣ ਦਿੱਤਾ, ਧਰਤੀ ਵਿੱਚ ਦਬਾ ਦਿੱਤਾ ਸੀ। ਮਹਾਰਾਜ ਕਹਿੰਦੇ ਵੀ ਧਰਤੀ ਇੱਥੋਂ ਬਰੋਸ ਆ ਗਈ।
ਅੱਗੇ ਅੰਨੀ ਹੁੰਦਾ ਸੀ। ਇਸ ਕਰਕੇ ਇਸ ਇਲਾਕੇ ਵਿੱਚ ਬਹੁਤ ਤਕੜਾ ਅਨਾਜ ਹੋਇਆ ਕਰੇਗਾ, ਹੋਰ ਫਲ ਫਰੂਟ ਹੋਇਆ ਕਰਨਗੇ। ਇਸ ਤਰ੍ਹਾਂ ਉਹ 10ਵੇਂ ਜਾਮੇ ਵਿੱਚ ਆ ਕੇ ਫਿਰ ਇੱਥੇ ਮਹਾਰਾਜ ਟਿਕੇ ਸਨ ਤੇ ਇਹ ਜੇ ਵਰ ਦਿੱਤੇ ਸਨ। ਇਸ ਕਰਕੇ ਇਸ਼ਾਰਾ ਦੇ ਰਹੇ, ਕਹਿੰਦੇ ਵੀ ਹੋਰ ਜਾਮੇ ਵਿੱਚ ਆਵਾਂਗੇ, ਇਸ ਰੂਪ ਵਿੱਚ ਨਹੀਂ ਆਵਾਂਗੇ। ਬੰਸ ਪਰਵਿਰਤਾ ਹੈ ਅਧਿਕ ਸੁਖ, ਤੁਹਾਡੀ ਕਹਿੰਦੇ ਜਿਹੜੀ ਬੰਸ ਹੈ ਉਹ ਬੜੀ ਫੈਲ ਜਾਏਗੀ, ਬੜਾ ਉਹਨੂੰ ਸੁਖ ਹੋਵੇਗਾ। ਤੁਮ ਆਏ ਮਮ ਕਾਜ, ਕਿਉਂਕਿ ਜੋਧਰਾਏ ਪਤਨੀ ਤੁਸੀਂ ਸਾਡੇ ਮਹਾਨ ਕੰਮ ਆਏ ਹੋ, ਜੰਗ ਜੁੜ ਵਿੱਚ ਹਿੱਸਾ ਲਿਆ ਹੈ, ਦੁਸ਼ਟਾਂ ਦਾ ਨਾਸ਼ ਕਰਿਆ ਕਰਵਾਇਆ ਹੈ। ਹਾਲਤ ਪਲਤ ਰਖਿਅਕ ਆਹੋ, ਹਾਂ ਜਿਸ ਕਰਕੇ ਲੋਕ ਪਰਲੋਕ ਵਿੱਚ ਅਸੀਂ ਤੁਹਾਡੀ ਰੱਖਿਆ ਕਰਾਂਗੇ। ਭੁਗਤੋ ਰਾਜ ਸਮਾਜ, ਹਾਂ ਚੰਗਾ ਦੋਵੇਂ ਰਲ ਮਿਲ ਕੇ ਰਾਜ ਭਾਗ ਦਾ ਜਿਹੜਾ ਸੁਖ ਹੈ ਉਹ ਭੋਗਣਾ ਕਰੋ। ਇਮ ਬਾਰ ਦਿਓ ਵਿਸਾਲ ਕੋ, ਕਿਉਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੁਸ਼ ਹੋ ਕੇ ਬਹੁਤ ਹੀ ਸ੍ਰੇਸ਼ਟ ਵਰ ਦਿੱਤਾ ਹੈ। ਦੋਹ ਲੋਗਨ ਸੁਖ ਕੇਰ, ਉਹ ਵਰ ਦੇ ਵਿੱਚ ਲੋਕਾਂ ਦੇ ਸੁਖ ਬਖਸ਼ ਦਿੱਤੇ ਹਨ। ਦੰਪਤ ਪਾਏ ਪ੍ਰਮੋਦ ਕੋ, ਹਾਂ ਦੋਵੇਂ ਜੀ ਬੜਾ ਆਨੰਦ ਖੁਸ਼ੀ ਪਾ ਰਹੇ। ਸਿਰ ਧਰ ਪਦ ਪਰ ਫੇਰ, ਫੇਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਦੋਹਾਂ ਜੀਆਂ ਨੇ ਸੀਸ ਰੱਖਿਆ ਹੈ। ਆਸਿਖ ਦੇ ਸਤਿਗੁਰ ਉਠੇ, ਕਿਉਂ ਆਸ਼ੀਰਵਾਦਾਂ ਭਰ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਭੋਜਨ ਛਕ ਕੇ ਉੱਠ ਖੜੋਤੇ। ਸਿਵਰ ਬਿਰਾਜੇ ਜਾਏ, ਜਿੱਥੇ ਨਗਰ ਤੋਂ ਬਾਹਰ ਟਿਕਾਣਾ ਸੀ ਤੰਬੂ ਲਾਇਆ, ਉੱਥੇ ਆ ਬਿਰਾਜਮਾਨ ਹੋਏ। ਸੋਪਤ ਜਥਾ ਸੁਖ ਜਾਮਨੀ, ਜਿਵੇਂ ਜੋਗ ਸੀ ਸੁਖ ਨਾਲ ਰਾਤ ਨੂੰ ਕਹਿੰਦੇ ਬਿਰਾਜੇ ਐ ਸੁੱਤੇ। ਪ੍ਰਾਤ ਭਈ ਪੁਨ ਆਏ, ਫਿਰ ਜਿਸ ਵੇਲੇ ਸਵੇਰ ਹੋਏ ਆਈ ਹੈ, ਸੋਚ ਇਸ਼ਨਾਨ ਸੁਧਿਆਨ ਕਰ, ਪਹਿਲਾਂ ਸੋਚਾ ਚਾਰ ਕੀਤਾ, ਮਦਾਨ ਦਾਤਨਾਦ ਕੀ ਕਿਰਿਆ, ਫਿਰ ਇਸ਼ਨਾਨ ਕਰ ਲਿਆ ਹੈ। ਵਸਤਰ ਸ਼ਸਤਰ ਕੋ ਪਾਏ, ਉਦੋਂ ਬਾਅਦ ਸਰੀਰ ਤੇ ਸ਼ਸਤਰ ਬਸਤਰ ਤੇ ਫਿਰ ਸ਼ਸਤਰ ਪਾ ਲਏ। ਤਿਆਰ ਅਰੂਡਨ ਕੋ ਪਏ, ਇੱਥੋਂ ਗੁਰੂ ਮਹਾਰਾਜ ਜੀ ਚੜ੍ਹਨ ਵਾਸਤੇ ਤਿਆਰ ਹੋ ਗਏ। ਸ੍ਰੀ ਸਤਿਗੁਰ ਸੁਖ ਦਾਏ, ਹਾਂ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੁਖਾਂ ਦੇ ਦਾਏ ਦੇਣ ਵਾਲੇ, ਸੁਖਾਂ ਦੇ ਦਾਤੇ। ਇਹ ਕਾਂਗੜ ਤੋਂ ਅੱਗੇ ਚੜ ਕੇ ਅੱਗੇ ਜਾਣ ਵਾਸਤੇ ਭਾਵ ਸ੍ਰੀ ਕਰਤਾਰਪੁਰ ਸਾਹਿਬ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੋਹਣਾ ਨਗਰ ਵਸਾਇਆ, ਇੱਥੇ ਆਉਣ ਵਾਸਤੇ ਆਪ ਜੀ ਤਿਆਰ ਹੋ ਗਏ ਸਨ। ਜਿਵੇਂ ਰਸਤਾ ਤੈਅ ਕਰਦੇ ਕਰਦੇ ਰਸਤੇ ਤਰ੍ਹਾਂ ਤਰ੍ਹਾਂ ਦੇ ਕੌਤਕ ਕਰਦੇ ਨਿਹਾਲ ਕਰਦੇ ਹੋਏ ਆਪ ਜੀ ਕਰਤਾਰਪੁਰ ਸਾਹਿਬ ਆਏ ਸਨ। ਉਹ ਜਿਹੜਾ ਪ੍ਰਸੰਗ ਹੈ ਅਗਲੇ ਅੰਸ਼ਾਂ ਵਿੱਚ ਆਏਗਾ। ਹੋਰ ਰਲ ਮਿਲ ਕੇ ਆਪਾਂ ਅਗਲੇ ਦੀਵਾਨਾਂ ਵਿੱਚ ਸੁਣ ਕੇ ਲਾਹਾ ਲਵਾਂਗੇ। ਹੁਣ ਇੱਥੇ ਹੀ ਸਮਾਪਤੀ ਹੈ ਜੀ। ਸੋਚ ਇਸ਼ਨਾਨ ਸੁਧਿਆਨ ਕਰ, ਵਸਤਰ ਸ਼ਸਤਰ ਕੋ ਪਾਏ, ਤਿਆਰ ਅਰੂਡਨ ਕੋ ਪਏ, ਸ੍ਰੀ ਸਤਿਗੁਰ ਸੁਖ ਦਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ